सत श्री अकाल जी दा खालस टीवी देखने वाले देश दुनिया के साढ़े सारे दर्शकों का बहुत बहुत स्वागत है। एमरजेंसी बुलेटिन के नाल मैं हरशरण कौर। अज के एमरजेंसी बुलेटिन च दसांगे तुहानूं पंजाब समेत दुनिया भर दीआं सारियां वड्डियां ताज़ा ते अहम खबरां। शुरुआत करदे हां कल दी लोक राय दे नतीजे तो। कल दी लोक राय सी कि सुप्रीम कोर्ट ने नवां कानून बनाउंदिआं सारियां विआहियां ते कुआरियां औरतां नूं 24 हफ्तिआं दे अंदर सुरੱਖਿਅਤ ਅਤੇ कानूनी गर्भपात का हक दिता है। कि तुसीं इस फैसले दे नाल सहमत हो? तां साडे 60% दर्शकों ने सहमति जताई है, जबकि 40% ने असहमति भी जताई है। आज दी लोक राय है कि श्रोमणी अकाली दल अमृतसर के प्रधान ते MP सिमरनजीत सिंह मान ने भगौड़े गैंगस्टरां नूं अपील कीती है। पंजाब दे जिहड़े गैंगस्टर ने उन्हां नूं अपील कीती है कि वो चंगे नागरिक वजों समाज दे विच वापस आउण, अपनी वो अपराध वाली जिंदगी छड्ड देण। की तुसीं इस अपील दे नाल सहमत हो? जे सहमत हो यस जां हां लिखिओ, सहमत नहीं हो नो जां ना लिखिओ। खबरां विस्तार दे नाल ते गल पहलां पंजाब दी करांगे। पंजाब दीआं खास खबरां दे विच सब तो पहलां एक अहम खबर ते जानकारी तुहानूं देंगे, जिहड़ी कि पंजाब ही नहीं पूरे भारत वासियों के नाल जुड़ी हुई है। क्योंकि भारतीय रिजर्व बैंक यानी कि RBI ने लगातार चौथी बार रेपो रेट वधा दिता है। RBI के गवर्नर शक्तिकांत दास ने रेपो रेट दे विच 50 आधार अंक वाधे का ऐलान किया, जो कि तुरंत प्रभाव के नाल लागू हो चुका है। ਇਹਦੇ ਨਾਲ ਹੁਣ ਰੈਪੋ ਦਰ 5.90% ਹੋ ਗਈ ਹੈ, जो कि 3 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ। ਰੈਪੋ ਰੇਟ ਉਹ ਦਰ ਹੁੰਦੀ ਹੈ ਜਿਸ ਤੇ RBI ਬੈਂਕਾਂ ਨੂੰ ਕਰਜ਼ਾ ਦਿੰਦਾ ਹੈ ਤੇ ਰੈਪੋ ਰੇਟ ਦੇ ਵਿੱਚ ਵਾਧੇ ਦਾ ਮਤਲਬ ਹੈ ਕਿ ਕਰਜ਼ਾ ਮਹਿੰਗਾ ਹੋਊਗਾ, ਮੌਜੂਦਾ ਕਰਜ਼ੇ ਦੀ ਮਹੀਨਾਵਾਰ ਕਿਸ਼ਤ ਵੀ ਵੱਧ ਜਾਊਗੀ। ਤੁਸੀਂ ਜਿਹੜੇ ਵੀ ਲੋਕਾਂ ਨੇ ਲੋਨ ਲਿਆ ਹੋਇਆ, ਹੋਮ ਲੋਨ ਲਿਆ, ਕਾਰ ਲੋਨ ਲਿਆ ਜਾਂ ਕਿਸੇ ਵੀ ਤਰ੍ਹਾਂ ਦਾ ਨਿੱਜੀ ਲੋਨ ਲਿਆ ਹੋਇਆ, ਤੁਹਾਡੀਆਂ ਕਿਸ਼ਤਾਂ ਹੁਣ ਵੱਧ ਜਾਣਗੀਆਂ, ਤੁਹਾਡਾ ਵਿਆਜ ਹੈ ਜਿਹੜਾ ਉਹ ਵੀ ਵੱਧ ਜਾਊਗਾ। ਇਹ ਚੌਥੀ ਵਾਰੀ ਹੈ ਜਦੋਂ ਨੀਤੀਗਤ ਦਰ ਦੇ ਵਿੱਚ ਵਾਧਾ ਕੀਤਾ ਗਿਆ। RBI ਦੇ ਮੁਤਾਬਿਕ ਪਰਚੂਨ ਮਹਿੰਗਾਈ ਨੂੰ ਕਾਬੂ ਹੇਠ ਲਿਆਉਣ ਅਤੇ ਵੱਖ-ਵੱਖ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੀ ਵਿਆਜ ਦਰ ਦੇ ਵਿੱਚ ਭਾਰੀ ਵਾਧੇ ਨਾਲ ਪੈਦਾ ਹੋਣ ਵਾਲੇ ਦਬਾਅ ਤੋਂ ਨਿਪਟਣ ਦੇ ਲਈ ਕੇਂਦਰੀ ਬੈਂਕ ਨੇ ਇੱਕ ਕਦਮ ਚੁੱਕਿਆ ਹੈ। ਨਾਲ ਹੀ ਕੇਂਦਰੀ ਬੈਂਕ ਨੇ ਵਿੱਤੀ ਸਾਲ 2022-23 ਦੇ ਲਈ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 7% ਕਰ ਦਿੱਤਾ ਹੈ। ਅਗਲੀ ਵੱਡੀ ਖਬਰ ਅਮਰੀਕਾ ਤੋਂ ਹੈ, ਜਿੱਥੇ ਅਮਰੀਕੀ ਕਾਂਗਰਸ ਦੇ ਵਿੱਚ ਇੱਕ ਅਜਿਹਾ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਨਾਲ 80 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮਿਲੇਗਾ। H1B ਵੀਜ਼ਾ ਤੇ ਅਮਰੀਕਾ ਦੇ ਵਿੱਚ ਮੋਹਰ ਲਾਉਣ ਦੀ ਸਿਫਾਰਿਸ਼ ਮਨਜ਼ੂਰ ਹੋ ਗਈ ਹੈ। ਡੈਮੋਕ੍ਰੈਟਿਕ ਪਾਰਟੀ ਦੇ 4 ਸੈਨੇਟਰਾਂ ਨੇ 80 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮੁਹੱਈਆ ਕਰਾਉਣ ਦੇ ਇਰਾਦੇ ਦੇ ਨਾਲ ਅਮਰੀਕੀ ਕਾਂਗਰਸ ਦੇ ਵਿੱਚ ਇਹ ਬਿੱਲ ਪੇਸ਼ ਕੀਤਾ। ਜੇ ਬਿੱਲ ਪਾਸ ਹੋ ਗਿਆ ਤਾਂ ਡ੍ਰੀਮਰਸ, H1B ਅਤੇ ਲੰਬੇ ਸਮੇਂ ਦੇ ਵੀਜ਼ਾ ਧਾਰਕਾਂ ਨੂੰ ਇਸ ਦਾ ਲਾਭ ਹੋਵੇਗਾ। ਜੇਕਰ ਰਾਸ਼ਟਰਪਤੀ ਜੋ ਬਾਈਡਨ ਇਸ ਨੂੰ ਮਨਜ਼ੂਰ ਕਰਦੇ ਨੇ ਤਾਂ ਇਸ ਦੇ ਨਾਲ ਹਜ਼ਾਰਾਂ ਪੇਸ਼ੇਵਰਾਂ, ਖਾਸ ਤੌਰ ਤੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ, ਕਿਉਂਕਿ ਭਾਰਤੀ ਬਹੁਤ ਵੱਡੀ ਗਿਣਤੀ ਦੇ ਵਿੱਚ H1B ਵੀਜ਼ਾ ਤੇ ਅਮਰੀਕਾ ਜਾਂਦੇ ਨੇ। H1B ਵੀਜ਼ਾ ਗੈਰ ਪ੍ਰਵਾਸੀ ਵੀਜ਼ਾ ਹੈ, ਜਿਸ ਦੇ ਨਾਲ ਅਮਰੀਕੀ ਕੰਪਨੀਆਂ ਨੂੰ ਖਾਸ ਵਿਸ਼ੇਸ਼ਤਾ ਵਾਲੇ ਪੇਸ਼ਿਆਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਇਜਾਜ਼ਤ ਮਿਲਦੀ ਹੈ। यानी कि अमरीका ਦੀਆਂ ਕੰਪਨੀਆਂ ਸਾਰੇ ਮੁਲਕਾਂ ਤੋਂ, ਖਾਸ ਕਰਕੇ ਭਾਰਤ ਤੋਂ ਚੁਣ ਕੇ ਹਰ ਖੇਤਰ ਦੇ ਮਾਹਿਰ ਲੋਕਾਂ ਨੂੰ ਆਪਣੇ ਨਾਲ ਲੈ ਜਾਂਦੀਆਂ ਨੇ, ਚੰਗੀ ਚੋਖੀ ਤਨਖਾਹ ਦਿੰਦੀਆਂ ਨੇ। ਟੈਕਨੋਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਮੁਲਕਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਨੂੰ ਭਰਤੀ ਕਰਨ ਲਈ ਇਸੇ ਤੇ ਹੀ ਨਿਰਭਰ ਰਹਿੰਦੀਆਂ ਨੇ। ਮੌਜੂਦਾ ਪ੍ਰਕਿਰਿਆ ਤਹਿਤ ਕਿਸੇ ਵਿਅਕਤੀ ਨੂੰ ਅਮਰੀਕੀ ਕੰਪਨੀ ਦੇ ਵਿੱਚ ਨੌਕਰੀ ਕਰਨ ਲਈ ਆਪਣੇ ਦੇਸ਼ ਦੇ ਵਿੱਚ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਦੇ ਵਿੱਚ ਵੀਜ਼ਾ ਤੇ ਮੋਹਰ ਲਵਾਉਣ ਦੇ ਲਈ ਅਰਜ਼ੀ ਦੀ ਲੋੜ ਹੁੰਦੀ ਹੈ। ਏਸ਼ੀਆਈ ਅਮਰੀਕੀ ਹਵਾਈ ਮੂਲ ਦੇ ਲੋਕਾਂ ਤੇ ਪ੍ਰਸ਼ਾਂਤ ਦੀਪ ਵਾਸੀਆਂ ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਲੰਘੇ ਦਿਨ ਵਾਈਟ ਹਾਊਸ ਦੇ ਵਿੱਚ ਹੋਈ ਇੱਕ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ। ਤੇ ਜੇ ਇਹ ਬਿੱਲ ਕਾਨੂੰਨ ਬਣ ਜਾਂਦਾ ਹੈ ਤਾਂ ਪੂਰੇ 80 ਲੱਖ ਲੋਕ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਬਣ ਜਾਣਗੇ, ਯਾਨੀ ਕਿ ਅਮਰੀਕਾ ਦੇ ਸਿਟੀਜ਼ਨ ਹੋ ਜਾਣਗੇ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਤੀਸਰੇ ਦਿਨ ਦੀ ਗੱਲ ਕਰ ਲਈਏ ਤਾਂ ਕਾਂਗਰਸੀ ਵਿਧਾਇਕਾਂ ਨੇ ਇਸ ਦਿਨ ਵੀ ਹੰਗਾਮਾ ਕੀਤਾ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਵਿੱਚੋਂ ਕੱਢਣ ਅਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਹਾਲਾਂਕਿ ਵਿਰੋਧੀ ਧਿਰ ਦੇ ਹੰਗਾਮੇ ਦੇ ਵਿਚਾਲੇ ਹੀ 3 ਬਿੱਲ ਪੇਸ਼ ਕਰਕੇ ਵਿਧਾਨ ਸਭਾ ਦਾ ਸੈਸ਼ਨ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਰੌਲੇ ਰੱਪੇ ਦਰਮਿਆਨ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਬਿੱਲ ਪੇਸ਼ ਕੀਤਾ। ਰੌਲੇ ਰੱਪੇ ਦਰਮਿਆਨ ਹੀ ਇਸ ਬਿੱਲ ਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ। ਫਿਰ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦਾ ਪੰਜਾਬ ਵਿਲੇਜ ਕਾਮਨ ਲੈਂਡ ਅਮੈਂਡਮੈਂਟ ਬਿੱਲ 2022 ਸੈਸ਼ਨ ਦੀ ਬੈਠਕ ਵਿੱਚ ਪੇਸ਼ ਕੀਤਾ। ਇਸ ਦੌਰਾਨ ਵੀ ਵਿਰੋਧੀ ਧਿਰ ਰੌਲਾ ਰੱਪਾ ਪਾਉਂਦੀ ਰਹੀ। ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਵਾਰੀ-ਵਾਰੀ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਬੈਠਣ ਦੇ ਲਈ ਕਹਿੰਦੇ ਰਹੇ, ਪਰ ਵਿਰੋਧੀਆਂ ਨੇ ਆਪਣੀ ਕਾਰਵਾਈ ਜਾਰੀ ਰੱਖੀ ਤੇ ਇਸੇ ਰੌਲੇ ਰੱਪੇ ਦੇ ਵਿੱਚ ਦੂਸਰਾ ਬਿੱਲ ਵੀ ਪਾਸ ਹੋ ਗਿਆ। ਇਸ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾ ਪੰਜਾਬ ਗੁੱਡਸ ਐਂਡ
ਸਰਵਿਸਿਜ਼ ਅਮੈਂਡਮੈਂਟ ਐਕਟ 2022 ਪੇਸ਼ ਕੀਤਾ, ਜਿਸ ਨੂੰ ਪਾਸ ਕਰ ਦਿੱਤਾ ਗਿਆ। ਇਸ ਮਾਮਲੇ ਤੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਚਹੇਤਿਆਂ ਨੇ ਹਮੇਸ਼ਾ ਟੈਕਸ ਦੇਣ ਦੇ ਮਾਮਲੇ ਦੇ ਵਿੱਚ ਘੁਟਾਲਾ ਕੀਤਾ, ਘਪਲੇਬਾਜ਼ੀ ਕੀਤੀ ਤੇ ਇਸ ਨੂੰ ਰੋਕਣ ਦੇ ਲਈ ਹੀ ਬਿੱਲ ਲਿਆਂਦਾ ਗਿਆ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸੈਸ਼ਨ ਨੂੰ ਸੋਮਵਾਰ ਯਾਨੀ ਕਿ 3 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ। ਵਿਰੋਧੀ ਧਿਰ ਨੂੰ ਤਾੜਨਾ ਕੀਤੀ ਹੈ ਕਿ ਸੋਮਵਾਰ ਨੂੰ ਉਹ ਪੂਰੀ ਤਿਆਰੀ ਦੇ ਨਾਲ ਆਉਣ। ਚੇਅਰ ਦੀ ਤੋਹੀਨ ਕਰਨੋਂ ਵੀ ਨਹੀਂ ਜਾਣਦੇ, ਫਿਰ ਮੈਂ ਸਖਤ ਫੈਸਲੇ ਲਵਾਂਗਾ ਤੇ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਣਾ। ਸੋਮਵਾਰ ਨੂੰ ਤਿਆਰੀ ਕਰਕੇ ਆਇਓ ਵੀ ਆ 2 ਦਿਨ ਕਿਉਂ ਵੇਸਟ ਕੀਤੇ ਪੰਜਾਬ ਦੇ ਲੋਕਾਂ ਦੇ। ਤੁਹਾਡੇ ਕੋਲੋਂ ਜਵਾਬ ਮੰਗਿਆ ਜਾਏਗਾ ਇਸ ਗੱਲ ਦਾ। 2 ਦਿਨ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ, ਮੁਲਾਜ਼ਮਾਂ ਦੇ, ਮਜ਼ਦੂਰਾਂ ਦੇ, ਦਲਿਤਾਂ ਦੇ, ਕਿਸਾਨਾਂ ਦੇ ਵੇਸਟ ਕੀਤੇ ਆ ਤੁਸੀਂ। ਇਹ ਨਹੀਂ ਹੋਣੇ ਚਾਹੀਦੇ, ਇੱਥੇ ਡਿਸਕਸ਼ਨ ਹੋਣੀ ਚਾਹੀਦੀ ਹੈ। ਸੋ ਮੈਂ ਸਦਨ ਸੋਮਵਾਰ ਮਿਤੀ 3 ਅਕਤੂਬਰ 2022 ਨੂੰ 2 ਵਜੇ ਬਾਅਦ ਦੁਪਹਿਰ ਤੱਕ ਸਥਗਿਤ ਕਰਦਾ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਂਗਰਸੀਆਂ ਤੇ ਸਦਨ ਦਾ ਕੀਮਤੀ ਸਮਾਂ ਖਰਾਬ ਕਰਨ ਦਾ ਦੋਸ਼ ਲਾਇਆ। ਕਿਹਾ ਕਿ ਕਾਂਗਰਸੀ ਵਿਧਾਇਕ ਖੁਦ ਤਾਂ ਨਕਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੰਮ ਕਰਦੇ ਸੀ, ਜਿਹੜੇ ਹਮੇਸ਼ਾ ਤੋਂ ਹੀ ਭਾਜਪਾ ਦੇ ਸਕੇ ਰਹੇ ਨੇ ਤੇ ਹੁਣ ਸਾਨੂੰ ਇਹ ਕੰਮ ਨਹੀਂ ਕਰਨ ਦਿੰਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸੈਸ਼ਨ ਦੌਰਾਨ ਵਿਧਾਨ ਸਭਾ ਦੇ ਸਪੀਕਰ ਦੀ ਮਾਣ ਮਰਿਆਦਾ ਤੇ ਸਵਾਲ ਚੁੱਕਣ ਦੇ ਲਈ ਕਾਂਗਰਸ ਲੀਡਰਸ਼ਿਪ ਦੀ ਸਖਤ ਨਿੰਦਿਆ ਕੀਤੀ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਕਾਂਗਰਸ ਦਾ ਇੱਕੋ ਇੱਕ ਏਜੰਡਾ ਹੈ, ਸਦਨ ਵਿੱਚ ਹੰਗਾਮਾ ਕਰਨਾ, ਪੰਜਾਬ ਦੇ ਹਿੱਤਾਂ ਦੇ ਵਿੱਚ ਕੰਮ ਨਾ ਕਰਨਾ। ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਕਿਹਾ ਕਿ ਕਾਂਗਰਸ ਸਦਨ ਦਾ ਸਮਾਂ ਖਰਾਬ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਰ ਰਹੀ ਹੈ। ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ ਅਮੈਂਡਮੈਂਟ ਐਕਟ ਬਿੱਲ 2022 ਨੂੰ ਪਾਸ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਦਾ ਪੰਜਾਬ ਗੁਡਸ ਐਂਡ ਸਰਵਿਸ ਟੈਕਸ ਅਮੈਂਡਮੈਂਟ ਬਿੱਲ 2022 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਦਾ ਪੰਜਾਬ ਗੁਡਸ ਐਂਡ ਸਰਵਿਸ ਟੈਕਸ ਅਮੈਂਡਮੈਂਟ ਬਿੱਲ 2022 ਪਾਸ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ, ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਨੂੰ ਨਾ ਕਹਿਣ। ਮੈਂ ਸਮਝਦਾ ਹਾਂ ਕਿ ਹਾਂ ਭਗਰੀਅਤ ਹੈ, ਹਾਂ ਭਗਰੀਅਤ ਹੈ। ਪ੍ਰਸਤਾਵ ਸਵੀਕਾਰ ਹੋਇਆ। ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਸਣੇ ਵਿਰੋਧੀ ਧਿਰਾਂ ਸਦਨ ਦੇ ਵਿੱਚ ਮੁੱਦਿਆਂ ਤੇ ਬਹਿਸ ਤੋਂ ਭੱਜ ਰਹੀਆਂ ਨੇ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸਲ ਦੇ ਵਿੱਚ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਨਾ ਹੋਵੇ ਤੇ ਕਾਂਗਰਸ ਬੀਜੇਪੀ ਅਤੇ ਅਮਿਤ ਸ਼ਾਹ ਦੇ ਕਹਿਣ ਤੇ ਸੈਸ਼ਨ ਦਾ ਮਾਹੌਲ ਖਰਾਬ ਕਰ ਰਹੀ ਹੈ। ਯਾਨੀ ਕਿ ਇਹਨਾਂ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਤੇ ਬੀਜੇਪੀ ਆਪਸ ਦੇ ਵਿੱਚ ਮਿਲੇ ਹੋਏ ਨੇ। ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਮੈਂ ਸਾਰੀ ਦੁਨੀਆ, ਸਾਰੇ ਪੰਜਾਬੀ ਇਸ ਸੈਸ਼ਨ ਨੂੰ ਵੇਖ ਰਹੇ, ਦੁਨੀਆ ਭਰ ਦੇ ਲੋਕ ਵੇਖ ਰਹੇ। ਸਾਹਮਣੇ ਬੈਠਾ ਪੰਜਾਬ ਦਾ ਪੁੱਤ, ਸਾਹਮਣੇ ਬੈਠਾ ਪੰਜਾਬ ਦਾ ਮੁੱਖ ਮੰਤਰੀ, ਇਹ ਅੱਖਾਂ 'ਚ ਅੱਖ ਪਾ ਕੇ ਗੱਲ ਕਰ। ਇਹ ਬਾਜਵਾ ਸਾਹਮਣੇ ਪਵੇ, ਉਹ ਬੈਠਾ ਪੰਜਾਬ ਦਾ ਪੁੱਤ, ਉਹ ਸਾਡਾ ਬੱਬਰ ਸ਼ੇਰ ਬੈਠਾ, ਇਹ ਸਾਹਮਣੇ ਬੈਠ। ਇਹ ਦੱਸਣ ਇਹਨਾਂ ਨੇ 5 ਸਾਲ ਕੀ ਕੀਤਾ। ਸਾਡਾ ਮੁੱਖ ਮੰਤਰੀ ਦੱਸਦਾ ਕਿ 5 ਮਹੀਨੇ ਦੇ ਕੀ ਕੀਤਾ। ਇਹ ਸਾਹਮਣੇ ਬੈਠ ਇੱਕ ਵਾਰ, ਇਹ ਸਾਹਮਣੇ ਕਿਉਂ ਨਹੀਂ ਬੈਠਦੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਨੂੰ ਸੁਪਰੀਮ ਕੋਰਟ ਦੇ ਵੱਲੋਂ ਮਿਲੀ ਮਾਨਤਾ ਨੂੰ ਰੱਦ ਕਰਵਾਉਣ ਦੇ ਲਈ ਪੰਥਕ ਰਾਏ ਲੈਣ ਵਾਸਤੇ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਵਿੱਚ ਵੱਡਾ ਪੰਥਕ ਇਕੱਠ ਸੱਦਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੇ ਵਿੱਚ ਵੱਖ-ਵੱਖ ਮੈਂਬਰਾਂ ਨੇ ਆਪਣੀ ਰਾਏ ਦਿੱਤੀ। ਸ਼੍ਰੋਮਣੀ ਕਮੇਟੀ ਦੇ ਇਜਲਾਸ ਦੇ ਵਿੱਚ ਐਡਵੋਕੇਟ ਧਾਮੀ ਨੇ ਮਤਾ ਪਾਸ ਕੀਤਾ ਕਿ 7 ਅਕਤੂਬਰ ਤੋਂ ਬਾਅਦ ਟਕਸਾਲਾਂ ਧਾਰਮਿਕ ਜਥੇਬੰਦੀਆਂ ਦਾ ਇੱਕ ਇਕੱਠ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਵਿੱਚ ਸੱਦਿਆ ਜਾਵੇਗਾ। ਇਸ ਮਤੇ ਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਇਸ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ ਐਕਟ ਬਣਾਉਣ ਤੇ ਨਿੰਦਾ ਮਤਾ ਪੇਸ਼ ਕੀਤਾ, ਜਿਸ ਨੂੰ ਪ੍ਰਵਾਨ ਕੀਤਾ ਗਿਆ। ਧਾਮੀ ਨੇ ਕਿਹਾ ਕਿ ਜੇ ਹੁਣ ਆਪਾਂ ਇਕੱਠੇ ਨਾ ਹੋਏ ਤਾਂ ਜਿਸ ਤਰ੍ਹਾਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਬੋਰਡ, ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਬੋਰਡ ਗਠਿਤ ਕੀਤਾ ਗਿਆ, ਉਸੇ ਤਰ੍ਹਾਂ ਪੰਜਾਬ ਦੇ ਤਖਤਾਂ ਦੇ ਬੋਰਡ ਵੀ ਬਣਾ ਦਿੱਤੇ ਜਾਣਗੇ। ਇਹ ਆਪਾਂ ਉਹਨਾਂ ਗੱਲਾਂ ਨੂੰ ਅੱਜ ਨਾ ਸੋਚਿਆ, ਜੇ ਅੱਜ ਮਿੱਠੀ ਗੋਲੀ ਐਗਜ਼ੈਕਟਿਵ ਦੇ ਜਰੀਏ ਜੁਡੀਸ਼ਰੀ ਵਿੱਚ ਹੀ ਸਾਨੂੰ ਦਿੱਤੀ ਗਈ, ਫਿਰ ਸਾਡੇ ਲਈ ਬੜੀ ਵੱਡੀ ਇੱਕ ਘਾਤਕ ਇੱਕ ਬਣ ਜੂਗੀ ਚੁਣੌਤੀ। ਔਰ ਅੱਜ ਦੇਖੋ ਇੱਕ ਬੜਾ ਵੱਡੀ ਤਰਾਸਦੀ ਵੀ ਬਣ ਗਈ ਆ। ਇਹ ਆਰਐਸਐਸ ਭਾਰਤੀ ਜਨਤਾ ਪਾਰਟੀ, ਇਹ ਦੇਖੋ ਆਪਣੇ ਸਿੱਖ ਜਿਹਨੂੰ ਆਪਾਂ ਥਿੰਕ ਟੈਂਕ ਕਹਿ ਲੈਂਦੇ ਆ, ਉਹ ਥਿੰਕ ਟੈਂਕ ਉਹਨਾਂ ਦੇ ਬੈਠੇ ਆ। ਸਾਡੇ ਅੱਜ ਕੋਈ ਸ਼੍ਰੋਮਣੀ ਸਰਦਾਰ ਕੋਈ ਅੱਜ ਸੁਪਰੀਮ ਕੋਰਟ ਦੇ ਵਿੱਚ ਜੱਜ ਨਹੀਂ। ਔਰ ਜੇ ਪਿੱਛੇ ਹਾਈ ਕੋਰਟ ਦੇ ਜੱਜ ਬਣੇ, ਇੱਕ ਬਣਿਆ ਸੀ ਸਰਦਾਰ ਹਰਪ੍ਰੀਤ ਸਿੰਘ, ਉਹਨੂੰ ਵੀ ਸਹੁੰ ਨਹੀਂ ਚੁਕਾਈ ਗਈ। ਇਹ ਲੁਕਵੇਂ ਹਮਲੇ ਆ ਜਿਹੜੇ ਤੇ ਤੁਹਾਨੂੰ ਅੱਜ ਭਾਪਣਾ ਪਊ। ਜੇ ਨਾ ਭਾਪਾਂਗੇ ਫਿਰ ਹੌਲੀ 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 ਹੌਲੀ
ਜਿਸਲੇ ਕਹਿੰਦੇ ਬੋਰੀ ਨੂੰ ਇੱਕ ਪਾਸੋਂ ਰੇਤਾ ਦੀ ਨੂੰ ਖੋਰ ਦਿਓ, ਮਾੜਾ ਜਿਹਾ ਚੀਰਾ ਦੇਣਾ ਪੈਂਦਾ, ਸਾਰੀ ਖੁਰ ਜਾਂਦੀ ਆ। ਇਸ ਕਰਕੇ ਆਪਾਂ ਨੂੰ ਇਹ ਸੋਚਣਾ ਪਊ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੀ ਵਚਨਬੱਧਤਾ ਤੋਂ ਪਿੱਛੇ ਹਟੀ। ਜੇ ਪਿੱਛੇ ਹਟੀ ਫਿਰ ਇਤਿਹਾਸ ਭਾਈ ਕਰਮ ਸਿੰਘ ਦਾ, ਫਿਰ ਇਤਿਹਾਸ ਭਾਈ ਪ੍ਰਤਾਪ ਸਿੰਘ ਦਾ ਨਹੀਂ ਪੜ੍ਹਨਾ ਲੋਕਾਂ ਨੇ। ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਬੀਬੀ ਜਗੀਰ ਕੌਰ ਵੀ ਪਹੁੰਚੇ ਹੋਏ ਸਨ। ਲੌਂਗੋਵਾਲ ਨੇ ਸੰਗਤ ਨੂੰ ਲੰਮਾ ਸਮਾਂ ਸੰਘਰਸ਼ ਕਰਨ ਦੇ ਲਈ ਤਿਆਰ ਰਹਿਣ ਦੇ ਲਈ ਕਿਹਾ ਤੇ ਕਿਹਾ ਕਿ ਅਸੀਂ ਹਰ ਹਾਲ ਸ਼੍ਰੋਮਣੀ ਕਮੇਟੀ ਦੇ ਨਾਲ ਡਟ ਕੇ ਖੜਾਂਗੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਡੀ ਸ਼ਕਤੀ ਦੇ ਉੱਤੇ ਸਾਡੀ ਤਾਕਤ ਤੇ ਵਾਰ ਹੋਇਆ ਹੈ। ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਨੇ ਵੀ ਐਚਐਸਜੀਪੀਸੀ ਦੇ ਹੱਕ ਵਿੱਚ ਹਲਫਨਾਮਾ ਦਿੱਤਾ ਹੈ। ਆਪਾਂ ਨੂੰ ਤਕੜੇ ਹੋ ਕੇ ਆਪਣੀ ਸਿੱਖ ਸ਼ਕਤੀ ਨੂੰ ਬਚਾਉਣ ਦੇ ਵਾਸਤੇ ਸਾਰਾ ਪੰਥ ਨੂੰ ਇਕੱਠਾ ਹੋਣ ਦਾ ਬਹੁਤ ਜ਼ਰੂਰੀ ਹੈ। ਅਸੀਂ ਸਾਰੇ ਡਟ ਕੇ ਇਹਨਾਂ ਦੇ ਨਾਲ ਖੜ ਕੇ ਔਰ ਪਹਿਰੇ ਦੇਵਾਂਗੇ ਤਾਂ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਿ ਸਾਰੀ ਕੌਮ ਇਕੱਠੀ ਹੈ। ਉਹਨੂੰ ਆਖਰ ਨੂੰ ਝੁਕਣਾ ਪੈਂਦਾ। ਜਦੋਂ ਕੋਈ ਵੀ ਸੰਘਰਸ਼ ਹੈ, ਜਦੋਂ ਤਕੜੇ ਹੋ ਕੇ ਲੜਾਂਗੇ, ਅਖੀਰ ਨੂੰ ਸਰਕਾਰ ਨੂੰ ਝੁਕਣਾ ਪੈਣਾ ਹੀ ਪੈਣਾ। ਸਾਡੀ ਕਮੀ ਹੈ ਨਾ, ਸਿੱਖਾਂ ਦੀ ਕਮੀ ਹੈ। ਸਿੱਖ ਕਿੱਥੇ ਐ ਇਸ ਵੇਲੇ? ਤੁਸੀਂ ਵਿਸ਼ਵ ਸਿੱਖ ਸੰਮੇਲਨ ਦੀ ਗੱਲ ਕਰਦੇ ਹੋ। ਮੈਂ ਤਾਂ ਕਹਿੰਦੀ ਜਿਹੜੀਆਂ ਪਾਰਟੀਆਂ ਸਾਡੇ ਸਿੱਖ ਬੈਠੇ ਹੈ, ਕੋਈ ਮੰਤਰੀ ਬੈਠੇ ਹੈ, ਕੋਈ ਐਮਪੀ ਬੈਠੇ ਹੈ, ਪ੍ਰਧਾਨ ਸਾਹਿਬ, ਉਹਨਾਂ ਨੂੰ ਵੀ ਪੁੱਛੋ ਜਾ ਕੇ ਬੁਲਾ ਕੇ ਕਿ ਤੁਸੀਂ ਕੀ ਚਾਹੁੰਦੇ ਹੋ? ਸ਼੍ਰੋਮਣੀ ਕਮੇਟੀ ਟੁੱਟ ਜਾਵੇ? ਤੁਸੀਂ ਚਾਹੁੰਦੇ ਹੋ ਸ਼੍ਰੋਮਣੀ ਕਮੇਟੀ ਦੇ ਹਿੱਸੇ ਹੋ ਜਾਣ? ਸੋ ਮੇਰੀ ਬੇਨਤੀ ਹੈ, ਮੇਰੀ ਤੇ ਹੱਥ ਜੋੜ ਕੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ, ਇਕੱਠੇ ਹੋਵੋ। ਸਿਆਸੀ ਲੜਾਈਆਂ ਜੋ ਮਰਜ਼ੀ ਲੜੋ, ਜਿੱਥੇ ਮਰਜ਼ੀ ਕੋਈ ਰਵੇ, ਲੇਕਿਨ ਕਮ ਤੋਂ ਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਦੇ ਕੇ ਰੱਖੋ। ਇਹਨੂੰ ਤਾਂ ਨਾ, ਇਹਦਾ ਕਤਲ ਤਾਂ ਨਾ ਕਰੋ। ਜਿੱਦਣ ਇਹ ਵੰਡੀਆਂ ਪਈਆਂ, ਸਿਧਾਂਤ ਦਾ ਕਤਲ, ਮਰਿਆਦਾ ਦਾ ਕਤਲ, ਇੱਥੋਂ ਦੀ ਗੁਰਮਤ ਦਾ ਕਤਲ, ਇਹ ਸਾਰਾ ਕੁਝ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਅਸੀਂ ਭਾਈਵਾਲ ਹੋਵਾਂਗੇ ਵਿੱਚ। ਇਹ ਸਭ ਦੇ ਵਿੱਚ ਲੋਕਾਂ ਨੇ ਸਾਨੂੰ ਦੋਸ਼ ਦੇਣਾ। ਇਸ ਇਕੱਠ ਦੇ ਵਿੱਚ ਮਤੇ ਪਾਸ ਕੀਤੇ ਗਏ ਨੇ। ਹਾਲਾਂਕਿ ਵਿਰੋਧੀ ਧਿਰ ਨੇ ਇਸ ਇਕੱਠ ਦਾ ਬਾਈਕਾਟ ਕੀਤਾ ਹੈ, ਯਾਨੀ ਕਿ ਐਸਜੀਪੀਸੀ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਬਾਈਕਾਟ ਕੀਤਾ ਹੈ। ਮਤੇ ਜਿਹੜੇ ਪਾਸ ਕੀਤੇ ਗਏ ਨੇ, ਸੁਪਰੀਮ ਕੋਰਟ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਦਾ ਫੈਸਲਾ ਰੱਦ ਕੀਤਾ ਗਿਆ। ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ ਦੇ ਗੁਰੂ ਘਰਾਂ ਦਾ ਪ੍ਰਬੰਧ ਐਸਜੀਪੀਸੀ ਦੇ ਕੋਲ ਹੀ ਰਹੇਗਾ। ਸਿੱਖ ਗੁਰਦੁਆਰਾ ਐਕਟ 1925 ਦੀ ਕਿਸੇ ਵੀ ਪ੍ਰਕਾਰ ਦੀ ਸੋਧ ਦਾ ਅਧਿਕਾਰ ਕੇਵਲ ਕੇਂਦਰ ਸਰਕਾਰ ਕੋਲ ਹੈ। ਉਹ ਵੀ ਐਸਜੀਪੀਸੀ ਦੇ ਜਨਰਲ ਹਾਊਸ ਦੀਆਂ ਸਿਫਾਰਿਸ਼ਾਂ ਦੇ ਨਾਲ ਹੀ ਸੰਭਵ ਹੈ। ਇਸ ਕਰਕੇ ਇਹ ਫੈਸਲਾ ਗਲਤ ਹੋਇਆ। ਹਰਿਆਣਾ ਦੇ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਗੁਰਦੁਆਰਾ ਐਕਟ 1925 ਮੁਤਾਬਕ ਐਸਜੀਪੀਸੀ ਕੋਲ ਹੈ ਤੇ ਰਹੇਗਾ। ਇਹ ਗੱਲ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਕਹਿੰਦੇ ਸਮਝ ਲੈਣੀ ਚਾਹੀਦੀ ਹੈ। ਸਿੱਖ ਵਿਰੋਧੀ ਤਾਕਤਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਸਿੱਖ ਮਸਲਿਆਂ ਦੇ ਵਿੱਚ ਦਖਲ ਨਾ ਦੇਣ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਇਤਿਹਾਸਕ ਗੁਰੂ ਘਰਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ। ਸਿੱਖ ਗੁਰਦੁਆਰਾ ਐਕਟ 1925 ਦੀ ਕਿਸੇ ਵੀ ਕਿਸਮ ਦੀ ਸੋਧ ਦਾ ਅਧਿਕਾਰ ਕੇਵਲ ਕੇਂਦਰ ਸਰਕਾਰ ਪਾਸ ਹੈ ਤੇ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਸਿਫਾਰਿਸ਼ਾਂ ਨਾਲ ਹੀ ਸੰਭਵ ਹੈ। ਹਾਲ ਹੀ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਸੁਪਰੀਮ ਕੋਰਟ ਵੱਲੋਂ ਮਾਨਤਾ ਦੇਣ ਦਾ ਫੈਸਲਾ ਸੁਣਾਇਆ ਗਿਆ ਹੈ। ਉਸ ਨੂੰ ਸਿਧਾਂਤਕ ਅਤੇ ਕਾਨੂੰਨੀ ਨਜ਼ਰੀਏ ਤੋਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਹ ਫੈਸਲਾ ਸਿੱਖ ਗੁਰਦੁਆਰਾ ਐਕਟ 1925 ਦੀ ਮਰਜ਼ਾਦਾ ਦੇ ਅਧਿਕਾਰਾਂ ਦਾ ਸਿੱਧਾ ਉਲੰਘਣ ਹੈ। ਮੀਟਿੰਗ ਤੋਂ ਬਾਅਦ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਧਾਮੀ ਨੇ 23 ਸਤੰਬਰ ਨੂੰ ਸਾਰੇ ਪੰਥ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤੇ ਸਿਆਸੀ ਪਾਰਟੀਆਂ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਵਰਜਿਆ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਰਿਵਿਊ ਪਟੀਸ਼ਨ ਪਾਈ ਜਾਵੇਗੀ। 4 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਵੱਡਾ ਪੰਥਕ ਇਕੱਠ ਕਰਕੇ ਡੀਸੀ ਨੂੰ ਮੈਮੋਰੰਡਮ ਸੌਂਪਿਆ ਜਾਏਗਾ। 7 ਅਕਤੂਬਰ ਨੂੰ ਸੰਗਤ ਵਿੱਚ ਚੇਤਨਾ ਪੈਦਾ ਕਰਨ ਲਈ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਦਮਦਮਾ ਸਾਹਿਬ ਤੋਂ ਪੰਥਕ ਰੋਸ ਮਾਰਚ ਕੱਢੇ ਜਾਣਗੇ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਅਰਦਾਸ ਕਰਕੇ ਸਮਾਪਤ ਹੋਣਗੇ। ਧਾਮੀ ਨੇ ਕਿਹਾ ਕਿ ਜੇ ਐਸਜੀਪੀਸੀ ਹੁਣ ਵੀ ਚੁੱਪ ਰਹਿ ਗਈ ਤਾਂ ਪੈਪਸੂ ਮੁੜ ਤੋਂ ਬਣ ਜਾਏਗਾ। ਪੈਪਸੂ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਗੁੰਬਦ ਵੀ ਨਹੀਂ ਬਣ ਦਿੰਦੇ ਸੀ। 58 ਫੁੱਟ ਤੋਂ ਉੱਚਾ ਨਿਸ਼ਾਨ ਸਾਹਿਬ ਨਹੀਂ ਲੱਗਣ ਦਿੰਦੇ ਸੀ। ਇੱਕ ਮੈਮੋਰੈਂਡਮ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤਾ ਜਾਊਗਾ, ਜਿਹਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਜਿਸ ਤਰਜ਼ ਦੇ ਉੱਤੇ ਅੱਜ ਪ੍ਰਚਾਰ ਕੀਤਾ ਜਾ ਰਿਹਾ ਕਿ ਇਸ ਧਰਤੀ ਤੇ ਹਰ ਇੱਕ ਜਿਹੜਾ ਮਨੁੱਖ ਜੰਮਿਆ ਉਹ ਹਿੰਦੂ ਆ ਤੇ ਉਹ ਆਰਐਸਐਸ ਦੀਆਂ ਜਿਹੜੀਆਂ ਚਾਲਾਂ ਉਹਨਾਂ ਨੂੰ ਠੱਲ ਪਾਉਣ ਲਈ ਉਹ ਮੈਮੋਰੈਂਡਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਔਰ ਨਾਲ ਗੁਰੂ ਕੀਆਂ ਸੰਗਤਾਂ ਉਹ ਜਾ ਕੇ ਡਿਪਟੀ ਕਮਿਸ਼ਨਰ ਨੂੰ ਇੱਥੋਂ ਤੁਰਨਗੇ ਸ੍ਰੀ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਤੇ ਉੱਥੇ ਜਾ ਕੇ ਇਹ ਮੈਮੋਰੈਂਡਮ ਦੇਣਗੇ।
ਤੇ ਐਸਜੀਪੀਸੀ ਦੀ ਇਸ ਬੈਠਕ ਦਾ ਵਿਰੋਧੀ ਧਿਰ ਦੇ ਐਸਜੀਪੀਸੀ ਮੈਂਬਰਾਂ ਨੇ ਬਾਈਕਾਟ ਕੀਤਾ ਤੇ ਕਿਹਾ ਕਿ ਜਿਹੜਾ ਬਾਦਲ ਪਰਿਵਾਰ ਹਰਿਆਣਾ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਤੋਂ ਦੂਰ ਕਰਨ ਦਾ ਦੋਸ਼ੀ ਹੈ, ਉਸੇ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਹੋਈ ਜਨਰਲ ਹਾਊਸ ਦੀ ਮੀਟਿੰਗ ਸਿਰਫ ਇੱਕ ਡਰਾਮਾ ਹੈ। ਵਿਰੋਧੀ ਧਿਰ ਦੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਐਸਜੀਪੀਸੀ ਵਿੱਚ ਬਾਦਲ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਾਂਝੇ ਰੂਪ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਾ ਹੋਣ ਦਾ ਫੈਸਲਾ ਲਿਆ ਹੈ, ਕਿਉਂਕਿ ਜਨਰਲ ਹਾਊਸ ਦੇ ਵਿੱਚ ਬੋਲੀ ਜਾਣ ਵਾਲੀ ਤੇ ਪੜ੍ਹੀ ਜਾਣ ਵਾਲੀ ਸਕ੍ਰਿਪਟ ਸੁਖਬੀਰ ਬਾਦਲ ਨੇ ਤਿਆਰ ਕਰਕੇ ਦਿੱਤੀ ਹੈ। ਹਾਲਾਂਕਿ ਉਹਨਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਨੂੰ ਸੁਪਰੀਮ ਕੋਰਟ ਦੀ ਮਾਨਤਾ ਦੇਣ ਤੇ ਇਤਰਾਜ਼ ਵੀ ਜਤਾਇਆ। ਸਾਡਾ ਇਹ ਪੁੱਛਣਾ ਸ਼੍ਰੋਮਣੀ ਕਮੇਟੀ ਨੂੰ, ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਰਹਿ ਚੁੱਕੇ ਨੇ, ਜਿੰਨਾ ਵੀ ਪ੍ਰਬੰਧ ਰਹਿ ਚੁੱਕਿਆ, ਇੰਨੇ ਸਾਲਾਂ ਦੇ ਵਿੱਚ ਤੁਸੀਂ ਹਰਿਆਣੇ ਦੇ ਸਿੱਖਾਂ ਨੂੰ ਬੁਲਾ ਕੇ ਇੱਥੇ ਜਨਰਲ ਇਜਲਾਸ ਕਿਉਂ ਨਹੀਂ ਕੀਤਾ? ਉਹਨਾਂ ਦੀਆਂ ਮੁਸ਼ਕਲਾਂ ਕਿਉਂ ਨਹੀਂ ਪੁੱਛੀਆਂ ਕਿ ਤੁਹਾਡੀ ਮੁਸ਼ਕਲ ਕੀ ਆ? ਉਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਸਾਡੇ ਜੇ ਇਹ ਕਮੇਟੀ ਬਣਦੀ ਆ ਇਹ ਨੁਕਸਾਨ ਆ? ਸੋ ਇਸ ਲਈ ਨਾ ਪੈਰਵਾਈ ਜਦੋਂ ਕੋਰਟ ਕੇਸ ਸੀ ਉਦੋਂ ਹੋਈ। ਤੇ ਹੁਣ ਦੇਖੋ ਕਿੱਡੀ ਹਾਸੋਹੀਣੀ ਗੱਲ ਆ ਤੇ ਇਹ ਕਿਹਾ ਜਾ ਰਿਹਾ ਜੀ ਕਿ ਅਸੀਂ ਸ਼੍ਰੋਮਣੀ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਉਹਨੂੰ ਮੰਨਦੇ ਨਹੀਂ, ਪਰ ਦੂਜੇ ਪਾਸੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਹੀ ਜਿਹੜੀ ਆ ਪਟੀਸ਼ਨ ਜਿਹੜੀ ਆ ਉਹ ਦਾਖਲ ਕਰਨੀ ਹੈ। ਹਰਿਆਣੇ ਦੀ ਵੱਖਰੀ ਕਮੇਟੀ ਨੂੰ ਸੁਪਰੀਮ ਕੋਰਟ ਦੇ ਵੱਲੋਂ ਮਾਨਤਾ ਦਿੱਤੇ ਜਾਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਪਾਰਟੀ ਦਫ਼ਤਰ ਦੇ ਵਿੱਚ ਅਕਾਲੀ ਦਲ ਦੇ ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਿਆਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਬੈਠਕ ਕੀਤੀ ਗਈ। ਇਸ ਮੁੱਦੇ ਤੇ ਹੋਈ ਬੈਠਕ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਪਾਰਟੀ ਦੇ ਸੀਨੀਅਰ ਲੀਡਰ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੇ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ, ਸ਼੍ਰੋਮਣੀ ਅਕਾਲੀ ਦਲ ਉਸ ਦਾ ਸਮਰਥਨ ਕਰਦੀ ਹੈ ਤੇ ਨਾਲ ਹੀ ਉਹਨਾਂ ਨੇ ਸਾਰੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਇਹਨਾਂ ਰੋਸ ਮਾਰਚਾਂ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਿਆ ਜਾਵੇ। ਨਾਲ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਨੇ ਸਿੱਖਾਂ ਦੀ ਇਸ ਪ੍ਰਵਾਨਿਤ ਸੰਸਥਾ ਨੂੰ ਤੋੜਨ ਦੀ ਵੱਡੀ ਸਾਜ਼ਿਸ਼ ਕੀਤੀ ਹੈ। ਔਰ ਅਸੀਂ ਮਹਿਸੂਸ ਕਰਦੇ ਹਾਂ ਕਿ ਹਰਿਆਣੇ ਦੇ ਸਿੱਖਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਧੱਕਾ ਹੈ। ਪਹਿਲਾਂ ਪੰਜਾਬ ਦੀ ਵੰਡ ਕਰਦੇ ਸਮੇਂ ਜਾਣਬੁੱਝ ਕੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਤੋਂ ਬਾਹਰ ਰੱਖ ਕੇ ਹਰਿਆਣੇ ਦੇ ਇਹਨਾਂ ਵੀਰਾਂ ਦੇ ਨਾਲ ਉਸ ਵੇਲੇ ਬਹੁਤ ਵੱਡਾ ਧੱਕਾ ਕੀਤਾ ਗਿਆ, ਇਹਨਾਂ ਨੂੰ ਆਪਣੀ ਸਟੇਟ ਤੋਂ ਬਾਹਰ ਕੀਤਾ ਗਿਆ। ਅੱਜ ਜਿਹੜੀ ਸਿੱਖ ਕੌਮ ਦੀ ਸਰਮੌਰ ਸੰਸਥਾ ਜਿਹਦੇ ਰਾਹੀਂ ਉਹ ਵੱਡੇ ਤੀਰਥ ਸਥਾਨਾਂ ਦੇ ਪ੍ਰਬੰਧ ਦੇ ਭਾਗੀਦਾਰ ਸਨ, ਅੱਜ ਉਹਦੇ ਵਿੱਚੋਂ ਵੀ ਉਹਨਾਂ ਨੂੰ ਇੱਕ ਸਾਜ਼ਿਸ਼ ਤਹਿਤ ਜਿਹੜਾ ਉਹ ਬਾਹਰ ਕੱਢਿਆ ਗਿਆ, ਜਿਹਦੀ ਕਿ ਇਸ ਫੈਸਲੇ ਦੀ ਜਿਹੜੀ ਹੈ ਸਾਰੇ ਅੱਜ ਦੇ ਇਸ ਮੀਟਿੰਗ ਦੇ ਵਿੱਚ ਜਿਹੜੀ ਹੈ ਉਹ ਨਿਖੇਧੀ ਕੀਤੀ ਗਈ। ਔਰ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹਨੂੰ ਸੁੱਤਿਆ ਨਹੀਂ ਰਹਿਣਾ ਚਾਹੀਦਾ। ਇਹਦੇ ਨਾਲ ਬਹੁਤ ਵੱਡੀ ਅਨਰੈਸਟ ਜਿਹੜੀ ਹੈ ਉਹ ਫੈਲੇਗੀ। ਜਿਉਂ-ਜਿਉਂ ਸੰਗਤਾਂ ਤੱਕ ਆਵਾਜ਼ ਪਹੁੰਚੇਗੀ ਇਹ ਰੋਸ ਵਧੇਗਾ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਹੈ, ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ, ਉਸ ਮਸਲੇ ਤੇ ਜਵਾਬ ਦਿੰਦਿਆਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਭਾਈ ਰਾਜੋਆਣਾ ਦੀ ਰਿਹਾਈ ਕਾਰਨ ਸੁਰੱਖਿਆ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ, ਇਸ ਲਈ ਰਿਹਾ ਨਹੀਂ ਕੀਤਾ ਗਿਆ। ਇਸ ਤੇ ਡਾਕਟਰ ਚੀਮਾ ਨੇ ਕਿਹਾ ਕਿ ਇਹ ਕੋਈ ਇਨਸਾਫ ਨਹੀਂ ਹੈ, ਦੁੱਗਣੀ ਸਜ਼ਾ ਉਹ ਭੁਗਤ ਚੁੱਕੇ ਨੇ ਤਾਂ ਫਿਰ ਸੁਰੱਖਿਆ ਦਾ ਮਸਲਾ ਕਿੱਥੋਂ ਆ ਗਿਆ? ਇਹ ਕੋਈ ਇਨਸਾਫ ਚ ਲਿਖਿਆ ਕਿਤੇ ਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਆ, ਇੰਨੇ ਆਪਣੀ ਜਿੰਨੀ ਸਜ਼ਾ ਕਿਸੇ ਦੀ ਕੱਟੀ ਹੈ ਉਸ ਤੋਂ ਦੁੱਗਣੀ ਕੱਟ ਕੇ ਵੀ ਕੋਈ ਰਿਹਾ ਨਹੀਂ ਹੋ ਸਕਦਾ। ਇਹ ਕਿੱਥੇ ਦਾ ਕਾਨੂੰਨ ਹੈ? ਜਿਸ ਬੰਦੇ ਦਾ ਕਿਸੇ ਪਾਸੇ ਸੰਪਰਕ ਹੀ ਨਹੀਂ ਹੈਗਾ 27 ਸਾਲਾਂ ਤੋਂ, ਤੁਸੀਂ ਉਹਨੂੰ ਪਰੋਲ ਨਹੀਂ ਦਿੰਦੇ, ਘਰ ਨਹੀਂ ਇੱਕ ਦਿਨ ਜਾਣ ਦਿੰਦੇ, ਕਿਤੇ ਹੋਰ ਨਹੀਂ ਜਾਣ ਦਿੰਦੇ, 27 ਸਾਲਾਂ ਤੋਂ 30 ਸਾਲਾਂ ਤੋਂ ਤੁਹਾਡੇ ਕੋਲ ਨੇ, ਤੇ ਫਿਰ ਇੰਟਰਨਲ ਸਿਕਿਉਰਿਟੀ ਦਾ ਇਸ਼ੂ ਪੈਦਾ ਹੁੰਦਾ। ਹੁਣ ਤੁਹਾਨੂੰ ਮਾਲਵਾ ਖਿੱਤੇ ਦੇ ਮਾਨਸਾ ਦੇ ਕਿਸਾਨਾਂ ਦੇ ਹਾਲਾਤ ਦੱਸਦੇ ਹਾਂ, ਜਿੱਥੇ ਨਰਮੇ ਦੀ ਫਸਲ ਪਹਿਲਾਂ ਤਾਂ ਉਸ ਨੂੰ ਗੁਲਾਬੀ ਸੁੰਡੀ ਖਾ ਗਈ ਤੇ ਹੁਣ ਮੀਂਹ ਦੇ ਪਾਣੀ ਨੇ ਨਰਮੇ ਦੀ ਫਸਲ ਤਕਰੀਬਨ ਮਾਰ ਦਿੱਤੀ ਹੈ। ਪਿੰਡ ਛਾਪਿਆਂਵਾਲੀ ਦੇ ਨੌਜਵਾਨ ਕਿਸਾਨ ਸਤਵੀਰ ਸਿੰਘ ਨੇ ਦੱਸਿਆ ਕਿ ਮੀਂਹ ਪੈਣ ਤੋਂ ਹਫ਼ਤਾ ਬਾਅਦ ਵੀ ਇੱਥੇ ਮੀਂਹ ਦਾ ਪਾਣੀ ਕਈ ਫੁੱਟ ਖੇਤਾਂ ਦੇ ਵਿੱਚ ਖੜਾ ਹੈ। ਨਰਮੇ ਦੀ ਫਸਲ ਖਰਾਬ ਹੋ ਚੁੱਕੀ ਹੈ। ਵਾਟਰ ਵਰਕਸ ਦਾ ਪਾਣੀ ਜਿਹੜਾ ਉਹ ਵੀ ਖਰਾਬ ਹੋ ਚੁੱਕਿਆ, ਉਹਦੇ ਵਿੱਚ ਵੀ ਮੀਂਹ ਦਾ ਪਾਣੀ ਭਰ ਗਿਆ ਤੇ ਉਹ ਪੀਣ ਯੋਗ ਨਹੀਂ ਰਿਹਾ। ਡੀਸੀ ਨੂੰ ਵੀ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਮੰਗ ਪੱਤਰ ਦੇ ਚੁੱਕੇ ਨੇ, ਪਰ ਹਾਲੇ ਤੱਕ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਹੀ ਕੋਈ ਲੀਡਰ ਸਿਆਸੀ ਇੱਥੇ ਪਹੁੰਚਿਆ ਹੈ। ਕਿਸਾਨਾਂ ਨੇ ਗਿਰਦੌਰੀ ਕਰਕੇ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ। ਛਾਪੇ ਵਾਲੀ ਦੇ ਨਾਲ ਲੱਗਦੇ ਪਿੰਡਾਂ ਉੱਡਤ ਅਤੇ ਰਾਏਪੁਰ ਸਮੇਤ ਹੋਰਾਂ ਦੇ ਵਿੱਚ ਵੀ ਇਹੀ ਹਾਲ ਹੈ। ਆ ਸਾਰੇ ਪਾਣੀ ਭਰਿਆ ਪਿਆ, ਇੱਧਰ ਵੀ ਪਾਣੀ ਭਰਿਆ ਪਿਆ। ਜਿਹੜੀ ਇਹ ਬਹੁਤ ਲੰਬੀ 2-3 ਕਿਲੋਮੀਟਰ ਦੇ ਅੰਦਰ ਟੱਕਰ ਹੈ। ਇੱਥੇ ਬਾਜੇ ਵਾਲਾ ਉੱਡਤ ਪਿੰਡ ਨਾਲ ਲੱਗਦੇ ਆ, ਉੱਥੋਂ ਤੱਕ ਇਹ ਟੱਕਰ ਲੱਗੀ ਹੋਈ ਹੈ ਪਾਣੀ ਦੀ। ਪਹਿਲਾਂ ਇਹ 2.5-3 ਫੁੱਟ ਦੇ ਕਰੀਬ ਸੀ, ਹੁਣ ਫੁੱਟ ਤੋਂ 1.5 ਫੁੱਟ ਪਾਣੀ ਹਜੇ ਵੀ ਖੜਾ ਹੈ। ਅੱਜ 30 ਤਰੀਕ ਹੋ ਗਈ, ਹਫ਼ਤਾ ਹੋ ਗਿਆ ਮੀਂਹ ਪਏ ਨੂੰ, ਤੇ ਇੱਥੇ ਸਰਕਾਰ ਦਾ ਨਾ ਤਾਂ ਕੋਈ ਨੁਮਾਇੰਦਾ ਆਇਆ ਨਾ ਕੋਈ ਅਫਸਰ ਆਇਆ।
ਸਾਰਿਆਂ ਨੂੰ ਡੀਸੀ ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇਤਾ, ਕੋਈ ਨਹੀਂ ਇੱਥੇ ਪਹੁੰਚਿਆ। ਤੇ ਜਿਹੜਾ ਵਾਟਰ ਬਾਕਸ ਹੈ ਉਹਦੇ ਵਿੱਚ ਵੀ ਪਾਣੀ ਮੀਂਹ ਦਾ ਭਰ ਗਿਆ ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਹੈਗਾ। ਆ ਜਿਹੜਾ ਪਾਣੀ ਹੈ ਸਾਡੇ ਨਰਮਿਆਂ 'ਚ ਬਹੁਤ ਖੜਾ ਜੀ, ਫੁੱਟ ਖੜਾ ਹੈ। 1 ਹਫ਼ਤਾ ਹੋ ਗਿਆ ਮੀਂਹ ਪਏ ਨੂੰ, ਅੱਜ 30 ਤਰੀਕ ਹੋ ਗਈ, ਕੋਈ ਇੱਥੇ ਅਫਸਰ ਨਹੀਂ ਆਇਆ, ਕੋਈ ਐਮਐਲਏ ਨਹੀਂ ਆਇਆ ਤੇ ਮਾਰ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੋ ਗਈ ਕਿਸਾਨਾਂ ਦੀ। ਕੋਈ ਇੱਥੇ ਮੁਆਵਜ਼ੇ ਦਾ ਨਹੀਂ ਜੀ, ਕੋਈ ਗਰਦੌਰੀ ਨਹੀਂ। ਤੇ ਅਸੀਂ ਸਰਕਾਰ ਤੋਂ 50,000 ਰੁਪਇਆ ਕਿੱਲੇ ਦੀ ਮੁਆਵਜ਼ੇ ਦੀ ਮੰਗ ਕਰਦੇ ਹਾਂ, ਕਿਉਂਕਿ ਜਿਹੜਾ ਨਰਮਾ ਹੈ ਇਹ ਤੇ ਅਸੀਂ ਸਪਰੇਅ 10,000 ਰੁਪਇਆ ਕਿੱਲੇ ਦੀ ਕਰ ਚੁੱਕੇ ਹਾਂ ਤੇ ਠੇਕੇ ਤੇ ਸਾਰੇ ਬਾਣ ਹੈ ਕਿਸਾਨਾਂ ਕੋਲੇ। 2 ਏਕੜ ਵਾਲੇ 4 ਏਕੜ ਵਾਲੇ ਸਾਰੇ ਕਿਸਾਨ ਹੈ। ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਛਾਪਿਆਂ ਵਾਲੀ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਸਾਨਾਂ ਦੀ ਵੀਡੀਓ ਸਾਂਝੀ ਕਰਕੇ ਟਵੀਟ ਕੀਤਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦੀ ਅਪੀਲ ਸੁਣਨ ਦੀ ਮੰਗ ਕੀਤੀ ਹੈ ਤੇ ਤੁਰੰਤ ਇਹਨਾਂ ਨੂੰ ਜਿਹੜਾ ਗਿਰਦੌਰੀ ਕਰਕੇ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਨਾਲ ਹੀ ਖਹਿਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸਵਾਲ ਕੀਤਾ ਹੈ ਕਿ ਜਿਹੜਾ ਪੂਰਾ ਮੁਆਵਜ਼ਾ, ਖਰਾਬੇ ਦਾ ਪੂਰਾ ਮੁਆਵਜ਼ਾ ਦੇਣ ਦੇ ਤੁਹਾਡੇ ਵਾਅਦੇ ਸੀ ਉਹ ਕਿੱਥੇ ਨੇ। ਪਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅਜਿਹੀਆਂ ਗੱਲਾਂ ਅੱਜ ਕੱਲ ਸ਼ਾਇਦ ਨਾ ਸੁਣਾਈ ਦੇਣ, ਉਹਨਾਂ ਦਾ ਨਾ ਧਿਆਨ ਜਾਵੇ, ਕਿਉਂਕਿ ਗੁਜਰਾਤ ਚੋਣਾਂ ਦੇ ਵਿੱਚ ਰੁੱਝੇ ਹੋਏ ਨੇ ਤੇ ਹਿਮਾਚਲ ਅਤੇ ਹਰਿਆਣਾ ਦੇ ਵਿੱਚ ਵੀ ਉਹਨਾਂ ਦੀ ਪੂਰੀ ਨਜ਼ਰ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਨੂੰ ਗੁਜਰਾਤ ਦੇ ਵਿੱਚ ਪਾਰਟੀ ਦੇ ਸਿਆਸੀ ਮਾਮਲਿਆਂ ਦਾ ਸਹਿ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਕੇਜਰੀਵਾਲ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਏਜੰਸੀ ਚੱਡਾ ਨੂੰ ਗ੍ਰਿਫਤਾਰ ਕਰਨ ਦੀ ਕਥਿਤ ਯੋਜਨਾ ਤੇ ਕੰਮ ਕਰ ਰਹੀ ਹੈ। ਯਾਨੀ ਕਿ ਕੇਜਰੀਵਾਲ ਨੇ ਇਹ ਕਿਹਾ ਕਿ ਰਾਘਵ ਚੱਡਾ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਪਰ ਇਹ ਨਹੀਂ ਦੱਸਿਆ ਦੋਸ਼ ਕੀ ਨੇ, ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਜਦੋਂ ਤੋਂ ਰਾਘਵ ਚੱਡਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਹੈ, ਉਹਨਾਂ ਨੇ ਗੁਜਰਾਤ ਵਿੱਚ ਚੋਣ ਪ੍ਰਚਾਰ ਲਈ ਜਾਣਾ ਸ਼ੁਰੂ ਕੀਤਾ ਹੈ। ਹੁਣ ਸੁਣ ਰਹੇ ਹਾਂ ਕਿ ਰਾਘਵ ਚੱਡਾ ਨੂੰ ਵੀ ਇਹ ਲੋਕ ਗ੍ਰਿਫਤਾਰ ਕਰਨਗੇ, ਕਿਸ ਮਾਮਲੇ 'ਚ ਕਰਨਗੇ, ਕੀ ਦੋਸ਼ ਹੋਣਗੇ, ਇਹ ਲੋਕ ਹਾਲੇ ਇਸ ਦੀ ਤਿਆਰੀ ਕਰ ਰਹੇ ਨੇ। ਕੇਜਰੀਵਾਲ ਦੇ ਟਵੀਟ ਦੇ ਉੱਤੇ ਖਹਿਰਾ ਨੇ ਵੀ ਟਵੀਟ ਕੀਤਾ ਹੈ। ਸੁਖਪਾਲ ਖਹਿਰਾ ਨੇ ਕੇਜਰੀਵਾਲ ਵੱਲੋਂ ਸਥਾਪਿਤ ਕੀਤੀ ਗਈ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਬੀ ਟੀਮ ਦੱਸਿਆ ਹੈ। ਉਹਨਾਂ ਨੇ ਇੱਕ ਆਟੋ ਡਰਾਈਵਰ ਦੀ ਪੋਸਟ ਵੀ ਸਾਂਝੀ ਕੀਤੀ ਹੈ ਜਿਸ ਨੇ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰੇ ਭੋਜਨ ਤੇ ਬੁਲਾਇਆ ਸੀ। ਪੋਸਟ ਵਿੱਚ ਦਾਅਵਾ ਕੀਤਾ, ਇਸ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਬਚਪਨ ਤੋਂ ਹੀ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਨ ਨੇ ਤੇ ਉਸ ਤੋਂ ਥੋੜੇ ਸਮੇਂ ਬਾਅਦ ਇਹ ਖਬਰਾਂ ਆ ਜਾਂਦੀਆਂ ਨੇ ਕਿ ਇਸ ਵਿਅਕਤੀ ਨੇ ਯਾਨੀ ਕਿ ਇਸ ਆਟੋ ਡਰਾਈਵਰ ਨੇ ਬੀਜੇਪੀ ਜੁਆਇਨ ਕਰ ਲਈ ਹੈ, ਜਿਸ ਦੇ ਘਰੇ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਨੇ ਭੋਜਨ ਖਾਦਾ ਸੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਗੌੜੇ ਗੈਂਗਸਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਗੇ ਨਾਗਰਿਕ ਵਜੋਂ ਸਮਾਜ ਦੇ ਵਿੱਚ ਵਾਪਸ ਆ ਜਾਣ ਅਤੇ ਇੱਕ ਚੰਗੇ ਨਾਗਰਿਕ ਦੀ ਜ਼ਿੰਦਗੀ ਬਤੀਤ ਕਰਨ। ਮਾਨ ਨੇ ਕਿਹਾ ਕਿ ਬੀਜੇਪੀ, ਆਰਐਸਐਸ, ਆਮ ਆਦਮੀ ਪਾਰਟੀ ਅਤੇ ਬਾਦਲ ਦੇ ਸਪਾਂਸਰ ਮੀਡੀਆ ਦੇ ਵੱਲੋਂ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਦਰਅਸਲ ਇੱਕ ਦਿਨ ਪਹਿਲਾਂ ਜਦੋਂ ਮੋਗਾ ਦੇ ਪਿੰਡ ਰੋਡੇ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਹੋਈ ਸੀ ਤਾਂ ਇੱਥੇ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਹੋਏ ਸਨ ਅਤੇ ਉਸ ਤੋਂ ਬਾਅਦ ਇਹਨਾਂ ਦਾ ਬਿਆਨ ਕਾਫੀ ਵਾਇਰਲ ਕੀਤਾ ਗਿਆ ਕਿ ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਦਾ ਵੀ ਸਾਨੂੰ ਦੁੱਖ ਹੈ, ਪਰ ਜਿਹੜੇ ਗੈਂਗਸਟਰ ਮਾਰੇ ਜਾ ਰਹੇ ਨੇ ਉਹਨਾਂ ਦਾ ਵੀ ਦੁੱਖ ਹੈ। ਯਾਨੀ ਕਿ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਗੈਂਗਸਟਰ ਵੀ ਪੰਜਾਬ ਦੇ ਪੁੱਤਰ ਨੇ, ਗੈਂਗਸਟਰ ਵੀ ਇਸ ਪੰਜਾਬ ਦੀਆਂ ਮਾਵਾਂ ਦੇ ਹੀ ਪੁੱਤ ਨੇ, ਪਰ ਉਹ ਗਲਤ ਰਾਹੇ ਪੈ ਗਏ ਨੇ, ਉਹਨਾਂ ਨੂੰ ਵਾਪਸ ਆਉਣਾ ਚਾਹੀਦਾ ਹੈ। ਤੇ ਹੁਣ ਸਿਮਰਨਜੀਤ ਸਿੰਘ ਮਾਨ ਨੇ ਸਪਸ਼ਟ ਕੀਤਾ ਹੈ ਕਿ ਚੰਗੇ ਨਾਗਰਿਕ ਵਜੋਂ ਸਮਾਜ ਵਿੱਚ ਵਾਪਸ ਆਉਣ ਦੀ ਮੈਂ ਉਹਨਾਂ ਨੂੰ ਅਪੀਲ ਕੀਤੀ। ਪੰਜਾਬ ਦੇ ਵਿੱਚ ਰੇਤਾ, ਬਜਰੀ ਦੀਆਂ ਅਸਮਾਨੀ ਚੜੀਆਂ ਕੀਮਤਾਂ ਕਾਰਨ ਉਸਾਰੀ ਕਾਰਜਾਂ ਦੇ ਵਿੱਚ ਰਫ਼ਤਾਰ ਮੱਠੀ ਪੈ ਰਹੀ ਹੈ। ਉਸਾਰੀ ਸਮੱਗਰੀ ਦੀ ਵਿਕਰੀ ਦਾ ਗ੍ਰਾਫ 70% ਤੋਂ ਹੇਠਾਂ ਜਾਣ ਕਰਕੇ ਉਸਾਰੀ ਨਾਲ ਸੰਬੰਧਿਤ ਬਾਜ਼ਾਰ ਮੰਦੀ ਦਾ ਸ਼ਿਕਾਰ ਹੋ ਰਿਹਾ ਹੈ। ਰੇਤਾ, ਬਜਰੀ ਦਾ ਰੇਟ 40 ਤੋਂ 45 ਰੁਪਏ ਤੱਕ ਪਹੁੰਚ ਗਿਆ ਤੇ ਆਮ ਆਦਮੀ ਦੀ ਪਹੁੰਚ ਤੋਂ ਪੂਰੀ ਤਰ੍ਹਾਂ ਬਾਹਰ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਵਿੱਚ ਰੇਤਾ, ਬਜਰੀ ਦਾ ਵੱਡਾ ਮੁੱਦਾ ਸੀ, ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੀ ਬਿਆਨਬਾਜ਼ੀ ਛੱਡ ਕੇ ਇਸ ਮੁੱਦੇ ਨੂੰ ਲੈ ਕੇ ਕੋਈ ਰਣਨੀਤੀ ਉਲੀਕੇ ਤਾਂ ਜੋ ਆਮ ਲੋਕਾਂ ਨੂੰ ਕੋਈ ਸੁੱਖ ਦਾ ਸਾਹ ਮਿਲ ਸਕੇ। ਏਅਰ ਇੰਡੀਆ ਨੇ ਹਵਾਈ ਯਾਤਰਾ ਕਰਨ ਵਾਲੇ ਵਿਦਿਆਰਥੀਆਂ ਤੇ ਸੀਨੀਅਰ ਨਾਗਰਿਕਾਂ ਦੀਆਂ ਰਿਆਇਤਾਂ ਘਟਾ ਦਿੱਤੀਆਂ ਨੇ। 29 ਸਤੰਬਰ ਨੂੰ ਇਸ ਦਾ ਐਲਾਨ ਕਰਦੇ ਹੋਏ ਏਅਰ ਇੰਡੀਆ ਨੇ ਕਿਹਾ ਕਿ ਸੀਨੀਅਰ ਨਾਗਰਿਕਾਂ ਤੇ ਵਿਦਿਆਰਥੀਆਂ ਦੇ ਲਈ ਰਿਆਇਤ ਹੁਣ 50% ਤੋਂ ਘਟ ਕੇ 25% ਕਰ ਦਿੱਤੀ ਗਈ ਹੈ। ਕੰਪਨੀ ਦੀ ਵੈਬਸਾਈਟ ਦੇ ਮੁਤਾਬਿਕ ਬੇਸਿਕ ਕਿਰਾਏ ਦੇ ਵਿੱਚ ਸੋਧੀ ਹੋਈ ਛੋਟ 29 ਸਤੰਬਰ ਤੋਂ ਲਾਗੂ ਹੋ ਚੁੱਕੀ ਹੈ ਤੇ ਹੁਣ ਤੱਕ ਏਅਰ ਇੰਡੀਆ ਇਹਨਾਂ ਦੋਵਾਂ ਸ਼੍ਰੇਣੀਆਂ ਨੂੰ ਯਾਨੀ ਕਿ ਵਿਦਿਆਰਥੀਆਂ ਨੂੰ ਤੇ ਸੀਨੀਅਰ ਸਿਟੀਜ਼ਨਸ ਨੂੰ 25% ਛੋਟ ਦੇ ਰਹੀ ਸੀ। ਯਾਨੀ ਕਿ ਟਿਕਟ ਜੇ 100 ਰੁਪਏ ਦੀ ਹੈ ਤਾਂ ਇਹਨਾਂ ਨੂੰ 50 ਰੁਪਏ ਦੀ ਮਿਲ ਰਹੀ ਸੀ ਤੇ ਹੁਣ ਜਿਹੜੀ ਟਿਕਟ ਹੈ ਉਹ ਇਹਨਾਂ ਨੂੰ 75 ਦੀ ਮਿਲੇਗੀ। ਰਿਆਇਤ 50% ਤੋਂ ਘਟਾ ਕੇ 25% ਕਰ ਦਿੱਤੀ ਗਈ ਹੈ। ਇਹ ਛੋਟ ਇਕਨੋਮੀ ਕੈਬਨ ਦੇ ਵਿੱਚ ਚੁਣੀ ਗਈ ਬੁਕਿੰਗ ਸ਼੍ਰੇਣੀ ਤੇ ਉਪਲਬਧ ਹੋਵੇਗੀ। 1 ਅਕਤੂਬਰ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਬਰਜਿੰਦਰ ਸਿੰਘ ਪਰਵਾਨਾ ਦੀ ਪਤਨੀ ਦੇ ਵੱਲੋਂ ਰੋਪੜ ਜੇਲ੍ਹ ਦੇ ਬਾਹਰ ਧਰਨਾ ਸ਼ੁਰੂ ਕੀਤਾ ਜਾਵੇਗਾ। ਇਲਜ਼ਾਮ ਹੈ ਕਿ ਉਹਨਾਂ ਦੇ ਪਤੀ ਪਰਵਾਨਾ ਨੂੰ ਜੇਲ੍ਹ ਦੇ ਵਿੱਚ ਗੁਰੂ ਘਰ ਵਿਖੇ ਜਾਣ ਨਹੀਂ ਦਿੱਤਾ ਜਾ ਰਿਹਾ, ਦਸਤਾਰਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਇਸ ਦੇ ਰੋਸ ਦੇ ਵਿੱਚ ਪਰਵਾਨਾ ਦੀ ਪਤਨੀ ਦੇ ਵੱਲੋਂ ਜੇਲ੍ਹ ਦੇ ਬਾਹਰ ਧਰਨਾ ਸ਼ੁਰੂ ਕੀਤਾ ਜਾਵੇਗਾ। ਦਰਅਸਲ ਬਰਜਿੰਦਰ ਸਿੰਘ ਪਰਵਾਨਾ ਉਹੀ ਸਿੱਖ ਨੌਜਵਾਨ ਹੈ ਜਿਸ ਨੂੰ ਪਿਛਲੇ ਦਿਨੀ
ਜਦੋਂ ਪਟਿਆਲੇ ਦੇ ਵਿੱਚ ਸ਼ਿਵ ਸੈਨਾ ਅਤੇ ਸਿੱਖਾਂ ਦੇ ਵਿਚਾਲੇ ਝੜਪ ਹੋਈ ਸੀ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲੇ ਤੱਕ ਜ਼ਮਾਨਤ ਨਹੀਂ ਮਨਜ਼ੂਰ ਹੋਈ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਸੂਬੇ ਭਰ ਦੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕੀਤੇ। ਕਿਸਾਨਾਂ ਨੇ ਕਿਹਾ ਕਿ ਮੰਗਾਂ ਪੂਰੀਆਂ ਕਰਾਉਣ ਦੇ ਲਈ ਧਰਨੇ ਦਿੱਤੇ ਜਾ ਰਹੇ ਨੇ। ਕਿਸਾਨਾਂ ਨੇ ਪੰਜਾਬ ਸਰਕਾਰ ਤੇ ਵੀ ਵਾਅਦਾ ਖਿਲਾਫੀ ਦੇ ਇਲਜ਼ਾਮ ਲਾਏ। ਸੈਂਟਰ ਸਰਕਾਰ ਤਾਂ ਕਹਿੰਦੇ ਸਾਡੀਆਂ ਮੰਗਾਂ ਮੰਨ ਹੀ ਨਹੀਂ ਰਹੀ ਤੇ ਹੁਣ ਪੰਜਾਬ ਦੀ ਸਰਕਾਰ ਵੀ ਕਿਨਾਰਾ ਕਰ ਰਹੀ ਹੈ। ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਰਹੰਦ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬੈਨਰ ਹੇਠਾਂ ਕਿਸਾਨਾਂ ਨੇ ਜੀਟੀ ਰੋਡ ਜਾਮ ਕਰ ਦਿੱਤਾ। ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਗੁਰਦਾਸਪੁਰ ਦੇ ਧਾਰੀਵਾਲ ਬਾਈਪਾਸ ਤੇ ਧਰਨਾ ਲਾਇਆ ਗਿਆ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੇ ਲਈ ਇੱਥੇ ਚੱਕਾ ਜਾਮ ਕਰ ਦਿੱਤਾ ਹੈ ਤੇ ਕਿਹਾ ਕਿ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨਾ ਜਾਰੀ ਰਹੇਗਾ। ਕਿਸਾਨਾਂ ਦੀਆਂ ਮੰਗਾਂ ਨੇ ਕਿ ਲੰਪੀ ਸਕਿਨ ਬਿਮਾਰੀ ਦੇ ਕਾਰਨ ਕਿਸਾਨਾਂ ਦੇ ਪਸ਼ੂ ਧਨ ਹੋਏ ਨੁਕਸਾਨ ਦੀ ਪੂਰਤੀ ਜਿਹੜੀ ਹੈ ਉਹਦੇ ਲਈ ਮੁਆਵਜ਼ਾ ਦਿੱਤਾ ਜਾਵੇ। ਕੱਚੇ ਵੈਟਰਨਰੀ ਇੰਸਪੈਕਟਰਾਂ ਨੂੰ ਪੱਕੇ ਕੀਤਾ ਜਾਵੇ। ਗੰਨੇ ਦੇ ਰੇਟ ਨੇ ਜਿਹੜੇ ਉਹ 470 ਰੁਪਏ ਪ੍ਰਤੀ ਕੁਇੰਟਲ ਲਾਗਤ ਮੁੱਲ ਨੂੰ ਮੁੱਖ ਰੱਖ ਕੇ ਤੈਅ ਕੀਤੇ ਜਾਣ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਧਰਨਿਆਂ ਦੇ ਉੱਤੇ ਬੈਠੇ ਨੇ। ਹਰਿਆਣਾ ਤੋਂ ਖਬਰ ਹੈ ਜਿੱਥੇ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਤੇ ਕਾਤਲਾਨਾ ਹਮਲਾ ਕਰਨ ਵਾਲੇ ਮੁੱਖ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਲਾਦ ਸਿੰਘ ਭਾਰੂਖੇੜਾ ਨੇ ਬੈੱਡ ਤੇ ਪੈ ਕੇ ਸਥਾਨਕ ਐਸਪੀ ਦਫ਼ਤਰ ਦੇ ਮੂਹਰੇ ਧਰਨਾ ਦਿੱਤਾ। ਇਸ ਮੌਕੇ ਹਰਿਆਣਾ ਕਿਸਾਨ ਮੰਚ ਤੇ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੇ ਕਿਸਾਨ ਵੱਡੀ ਗਿਣਤੀ ਵਿੱਚ ਮੌਜੂਦ ਸਨ। ਹਮਲਾਵਰਾਂ ਦੀ ਜਲਦੀ ਗ੍ਰਿਫਤਾਰੀ ਨਾ ਹੋਣ ਤੇ ਕਿਸਾਨ ਜਥੇਬੰਦੀਆਂ ਨੇ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ। ਬੁਲੇਟਿਨ ਦੇ ਵਿੱਚ ਹਾਦਸਿਆਂ ਤੇ ਘਟਨਾਵਾਂ ਦੇ ਨਾਲ ਜੁੜੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਅਫਗਾਨਿਸਤਾਨ ਤੋਂ ਹੈ। ਕਾਫੀ ਵੱਡੀ ਖਬਰ, ਵੱਡਾ ਹਾਦਸਾ, ਵੱਡੀ ਘਟਨਾ, ਵੱਡੀ ਵਾਰਦਾਤ ਇੱਥੇ ਵਾਪਰੀ ਹੈ। ਕਾਬੁਲ ਦੇ ਵਿੱਚ ਫਿਦਾਇਨ ਹਮਲੇ ਦੇ ਵਿੱਚ 19 ਜਣੇ ਮਾਰ ਦਿੱਤੇ ਗਏ ਨੇ। ਅਫਗਾਨਿਸਤਾਨ ਦੀ ਰਾਜਧਾਨੀ ਹੈ ਕਾਬੁਲ ਅਤੇ ਇਸ ਵਕਤ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਰਾਜ ਹੈ। ਕਾਬੁਲ ਦੇ ਵਿੱਚ ਇੱਕ ਸ਼ੀਆ ਬਹੁਗਿਣਤੀ ਵਾਲੇ ਇਲਾਕੇ ਵਿੱਚ ਸਥਿਤ ਇੱਕ ਸਿੱਖਿਆ ਸੰਸਥਾ ਦੇ ਵਿੱਚ ਸ਼ੁੱਕਰਵਾਰ ਸਵੇਰੇ ਹੋਏ ਫਿਦਾਇਨ ਹਮਲੇ ਦੇ ਵਿੱਚ 19 ਜਣੇ ਹਲਾਕ ਹੋ ਗਏ ਜਦਕਿ 27 ਹੋਰ ਜ਼ਖਮੀ ਹੋ ਗਏ। ਤਾਲਿਬਾਨ ਵੱਲੋਂ ਨਿਯੁਕਤ ਕੀਤੇ ਇੱਕ ਬੁਲਾਰੇ ਨੇ ਜਾਣਕਾਰੀ ਦਿੱਤੀ। ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਦਸ਼ਤੀ ਬਾਰਚੀ ਇਲਾਕੇ ਦੇ ਵਿੱਚ ਤੜਕੇ ਇਹ ਧਮਾਕਾ ਹੋਇਆ। ਪੀੜਤਾਂ ਦੇ ਵਿੱਚ ਇਸ ਵਿਦਿਅਕ ਅਦਾਰੇ ਦੇ ਵਿੱਚ ਪੜਨ ਵਾਲੇ ਮੁੰਡੇ ਕੁੜੀਆਂ ਸ਼ਾਮਿਲ ਨੇ ਜੋ ਇੱਥੇ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਨ ਲਈ ਆਉਂਦੇ ਸਨ। ਇਸ ਇਲਾਕੇ ਦੇ ਵਿੱਚ ਜ਼ਿਆਦਾਤਰ ਅਫਗਾਨਿਸਤਾਨੀ ਘੱਟ ਗਿਣਤੀ ਸ਼ੀਆ ਭਾਈਚਾਰੇ ਦੇ ਲੋਕ ਰਹਿੰਦੇ ਸਨ। ਜ਼ਦਰਾਨ ਨੇ ਦੱਸਿਆ ਕਿ ਫਿਦਾਇਨ ਨੇ ਕਾਜ ਹਾਇਰ ਐਜੂਕੇਸ਼ਨ ਸੈਂਟਰ ਦੇ ਵਿੱਚ ਵੜ ਕੇ ਧਮਾਕਾ ਕੀਤਾ। ਇੱਕ ਵੱਡੀ ਘਟਨਾ ਇਸ ਨੂੰ ਮੰਨਿਆ ਜਾ ਸਕਦਾ ਹੈ ਪੂਰੀ ਦੁਨੀਆ ਦੀ ਕਿਉਂਕਿ ਸਿੱਖਿਆ ਸੰਸਥਾ ਦੇ ਵਿੱਚ ਇਹ ਧਮਾਕਾ ਹੋਇਆ ਤੇ ਅੱਜ ਕੱਲ ਵਿਦਿਅਕ ਅਦਾਰਿਆਂ ਦੇ ਵਿੱਚ ਲਗਾਤਾਰ ਅਜਿਹੇ ਧਮਾਕੇ ਨੇ ਜਿਹੜੇ ਉਹ ਹੋ ਰਹੇ ਨੇ। ਅਮਰੀਕਾ ਦੇ ਵਿੱਚ ਵੀ ਪਿਛਲੇ ਦਿਨੀ ਅਜਿਹਾ ਇੱਕ ਹਾਦਸਾ ਵਾਪਰਿਆ ਸੀ। ਅਗਲੀ ਖਬਰ ਪਾਕਿਸਤਾਨ ਤੋਂ ਹੈ ਜਿੱਥੇ ਬਲੋਚਿਸਤਾਨ ਸੂਬੇ ਦੇ ਵਿੱਚ ਇੱਕ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਅੰਦਰ ਬੰਬ ਧਮਾਕਾ ਹੋ ਗਿਆ। ਘੱਟੋ ਘੱਟ 20 ਜਣੇ ਜ਼ਖਮੀ ਹੋ ਗਏ। ਪੁਲਿਸ ਦੀ ਜਾਣਕਾਰੀ ਮੁਤਾਬਿਕ ਜਾਨੀ ਨੁਕਸਾਨ ਤੋਂ ਰਾਹਤ ਹੈ। ਘਟਨਾ ਬਲੋਚਿਸਤਾਨ ਦੇ ਕੋਲੂ ਜ਼ਿਲ੍ਹੇ ਦੇ ਇੱਕ ਭੀੜਭਾੜ ਵਾਲੇ ਇਲਾਕੇ ਵਿੱਚ ਮਠਿਆਈ ਦੀ ਦੁਕਾਨ ਤੇ ਵਾਪਰੀ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੋਲੂ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਭੀੜ ਵਾਲੇ ਇਲਾਕੇ ਵਿੱਚ ਇੱਕ ਮਠਿਆਈ ਦੀ ਦੁਕਾਨ ਦੇ ਵਿੱਚ ਧਮਾਕਾ ਹੋਇਆ। 20 ਜਣਿਆਂ ਦੇ ਜ਼ਖਮੀ ਹੋਣ ਦੀ ਸੂਚਨਾ ਸਾਰਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਜੰਮੂ ਕਸ਼ਮੀਰ ਤੋਂ ਖਬਰ ਹੈ ਜਿੱਥੇ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਦੇ ਵਿੱਚ ਜੈਸ਼-ਏ-ਮੁਹੰਮਦ ਦੇ 2 ਦਹਿਸ਼ਤਗਰਦ ਮਾਰੇ ਗਏ। ਪੁਲਿਸ ਦੀ ਜਾਣਕਾਰੀ ਦੇ ਮੁਤਾਬਿਕ ਤੜਕੇ ਸ਼ੋਪੀਆਂ ਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਵਿੱਚ ਇਹ ਮੁਕਾਬਲਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ 2 ਜਣੇ ਮਾਰੇ ਗਏ ਨੇ। ਕਸ਼ਮੀਰ ਦੇ ਏਡੀਜੀਪੀ ਵਿਜੇ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਮਾਰੇ ਗਏ ਦੋਵੇਂ ਦਹਿਸ਼ਤਗਰਦ ਜੈਸ਼ ਦੇ ਨਾਲ ਸੰਬੰਧਿਤ ਸਨ। ਆਪਰੇਸ਼ਨ ਕਾਫੀ ਦੇਰ ਤੱਕ ਚੱਲਦਾ ਰਿਹਾ। ਦਿੱਲੀ ਤੋਂ ਇੱਕ ਵੱਡੀ ਖਬਰ ਹੈ ਜਿੱਥੇ ਹੋਲੀ ਫੈਮਿਲੀ ਹਸਪਤਾਲ ਦੇ ਵਿੱਚ ਜਾਮੀਆ ਮਿਲਿਆ ਇਸਲਾਮੀਆ ਦੇ ਇੱਕ ਵਿਦਿਆਰਥੀ ਨੂੰ ਇੱਕ ਦੂਜੇ ਵਿਦਿਆਰਥੀ ਨੇ ਗੋਲੀ ਮਾਰ ਦਿੱਤੀ। ਪੁਲਿਸ ਨੇ FIR ਦਰਜ ਕਰ ਲਈ ਹੈ। ਪੁਲਿਸ ਮੁਤਾਬਿਕ ਲੰਘੀ ਰਾਤ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਵਿਦਿਆਰਥੀਆਂ ਵਿਚਾਲੇ ਝਗੜੇ ਦੀ ਸੂਚਨਾ ਮਿਲੀ ਸੀ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ 2 ਗਰੁੱਪਾਂ ਦੇ ਵਿਚਾਲੇ ਝਗੜਾ ਹੋਇਆ ਸੀ। ਘਟਨਾ ਦੇ ਵਿੱਚ ਯੂਪੀ ਦੇ ਮੇਰਠ ਜ਼ਿਲ੍ਹੇ ਦਾ ਰਹਿਣ ਵਾਲਾ ਨੁਮਾਨ ਚੌਧਰੀ 26 ਸਾਲ ਦੀ ਉਮਰ ਸੀ। ਇਸ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ। ਇਲਾਜ ਲਈ ਆਪਣੇ ਦੋਸਤ ਨੁਮਾਨ ਅਲੀ ਦੇ ਨਾਲ ਹੋਲੀ ਫੈਮਿਲੀ ਹਸਪਤਾਲ ਗਿਆ ਸੀ। ਇਸ ਵਿਚਾਲੇ ਦੂਸਰੇ ਗਰੁੱਪ ਦਾ ਵਿਦਿਆਰਥੀ ਜਲਾਲ ਆਪਣੇ ਦੋਸਤਾਂ ਦੇ ਨਾਲ ਹਸਪਤਾਲ ਪਹੁੰਚਿਆ ਤੇ ਐਮਰਜੈਂਸੀ ਵਾਰਡ ਦੇ ਬਾਹਰ ਹੀ ਗੋਲੀ ਚਲਾ ਦਿੱਤੀ। ਅਲੀ ਦੇ ਉੱਤੇ ਜ਼ਖਮੀ ਹੋਏ ਅਲੀ ਨੂੰ ਏਮਸ ਟਰਾਮਾ ਸੈਂਟਰ ਭਰਤੀ ਕਰਵਾਇਆ ਗਿਆ। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਟੱਲੇਵਾਲ ਕਸਬੇ ਦੇ ਵਿੱਚ ਪਿੰਡ ਬਖਤਗੜ੍ਹ ਦੇ ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਸੁਰਜੀਤ ਸਿੰਘ ਪੁੱਤਰ ਕਪੂਰ ਸਿੰਘ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਕਿਸਾਨ ਸੀ। ਕਰਜ਼ੇ ਤੋਂ ਪਰੇਸ਼ਾਨ ਸੀ ਜਿਸ ਕਰਕੇ ਉਸਨੇ ਗਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਜਥੇਬੰਦੀਆਂ ਨੇ ਕਿਸਾਨ ਪਰਿਵਾਰ ਦਾ ਸਾਰਾ ਕਰਜ਼ਾ ਮਾਫ ਕਰਨ ਦੀ ਮੰਗ ਕੀਤੀ ਹੈ। 10 ਲੱਖ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਤੁਹਾਨੂੰ
ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਹੈ। ਕਾਂਗਰਸ ਪ੍ਰਧਾਨ ਦੀ ਚੋਣ ਦੇ ਲਈ ਨਾਮਜ਼ਦਗੀਆਂ ਦਾ 30 ਸਤੰਬਰ ਆਖਰੀ ਦਿਨ ਸੀ ਤੇ ਆਖਰੀ ਦਿਨ ਸੀਨੀਅਰ ਕਾਂਗਰਸੀ ਲੀਡਰ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ। ਹੁਣ ਯਾਨੀ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਦਾ ਮੁਕਾਬਲਾ ਖੜਗੇ ਅਤੇ ਥਰੂਰ ਦੇ ਵਿਚਾਲੇ ਹੋਵੇਗਾ। ਨਾਮਜ਼ਦਗੀ ਦਾਖਲ ਕਰਨ ਵੇਲੇ ਖੜਗੇ ਦੇ ਪ੍ਰਸਤਾਵਕਾਂ ਦੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਸਨ। ਨਾਮਜ਼ਦਗੀ ਭਰਨ ਤੋਂ ਬਾਅਦ ਖੜਗੇ ਨੇ ਕਿਹਾ ਕਿ ਮੈਂ ਬਦਲਾਅ ਦੇ ਲਈ ਪ੍ਰਧਾਨਗੀ ਦੀ ਚੋਣ ਲੜ ਰਿਹਾ ਹਾਂ। ਮੈਂ ਸਾਰਿਆਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਾ ਹਾਂ। ਸੰਭਾਵਨਾ ਹੈ ਕਿ ਖੜਗੇ ਦੇ ਨਾਮ ਤੇ ਪਾਰਟੀ ਲੀਡਰਾਂ 'ਚ ਸਹਿਮਤੀ ਬਣ ਸਕਦੀ ਹੈ ਕਿਉਂਕਿ ਉਹਨਾਂ ਨੂੰ ਪਾਰਟੀ ਦੇ ਲੀਡਰਾਂ ਦੇ ਬਣੇ G23 ਗਰੁੱਪ ਦੇ ਸਾਰੇ ਸੀਨੀਅਰ ਲੀਡਰਾਂ ਦਾ ਸਮਰਥਨ ਹਾਸਲ ਹੈ ਤੇ ਉਹ ਗਾਂਧੀ ਪਰਿਵਾਰ ਦੇ ਵਫਾਦਾਰਾਂ ਦੇ ਵਿੱਚ ਵੀ ਸ਼ਾਮਿਲ ਨੇ। ਨਾਮਜ਼ਦਗੀ ਭਰਨ ਤੋਂ ਬਾਅਦ ਸ਼ਸ਼ੀ ਥਰੂਰ ਨੇ ਕਿਹਾ ਕਿ ਦੋਸਤਾਨਾ ਮੁਕਾਬਲਾ ਹੈ, ਕੋਈ ਦੁਸ਼ਮਣੀ ਦਾ ਮੁਕਾਬਲਾ ਨਹੀਂ ਹੈ ਕਿਉਂਕਿ ਕਹਿੰਦੇ ਅਸੀਂ ਸਾਰੇ ਇੱਕ ਹੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਹਾਂ। ਸਾਡੀਆਂ ਕਦਰਾਂ, ਕੀਮਤਾਂ ਤੇ ਆਦਰਸ਼ ਇੱਕ ਹੀ ਨੇ। ਅਸੀਂ ਚਾਹੁੰਦੇ ਹਾਂ ਕਿ ਪਾਰਟੀ ਮਜ਼ਬੂਤ ਹੋਵੇ। ਇੱਕ ਦੋਸਤਾਨਾ ਮੁਕਾਬਲਾ ਹੈ, ਕੋਈ ਵੀ ਜਿਹੜਾ ਵਿਰੋਧੀ ਮੁਕਾਬਲੇ ਦੀ ਗੱਲਬਾਤ ਹੀ ਨਹੀਂ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਕਾਂਗਰਸ ਪ੍ਰਧਾਨ ਦੀ ਚੋਣ ਲੜਨ ਤੋਂ ਨਾ ਕਰ ਦਿੱਤੀ ਸੀ ਅਤੇ ਖੜਗੇ ਦੀ ਨਾਮਜ਼ਦਗੀ ਦੇ ਵਿੱਚ ਪ੍ਰਸਤਾਵਕ ਬਣਨ ਦਾ ਐਲਾਨ ਕਰ ਦਿੱਤਾ ਸੀ। ਸੀਨੀਅਰ ਕਾਂਗਰਸੀ ਲੀਡਰਾਂ ਨੇ ਤੜਕੇ ਖੜਗੇ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਚੋਣ ਲੜਨ ਦੀ ਬੇਨਤੀ ਕੀਤੀ, ਜਿਸ ਸੰਬੰਧੀ ਖੜਗੇ ਨੇ ਵੀ ਹਾਮੀ ਭਰ ਦਿੱਤੀ। ਖੜਗੇ ਨੂੰ ਇੱਕ ਅਜਿਹੇ ਉਮੀਦਵਾਰ ਦੇ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਦੇ ਨਾਂ ਤੇ ਦੇਸ਼ ਭਰ ਦੇ ਵਿੱਚ ਸਹਿਮਤੀ ਬਣ ਸਕਦੀ ਹੈ। ਇਹ ਵੀ ਪਤਾ ਲੱਗਿਆ ਕਿ ਖੜਗੇ ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦੇਣਗੇ ਅਤੇ ਪਾਰਟੀ ਦੇ ਇੱਕ ਵਿਅਕਤੀ ਇੱਕ ਅਹੁਦਾ ਨਿਯਮ ਦੇ ਤਹਿਤ ਇਹ ਕੁਰਸੀ ਹੁਣ ਦਿਗਵਿਜੇ ਸਿੰਘ ਦੇ ਕੋਲ ਜਾ ਸਕਦੀ ਹੈ। ਸ਼ਸ਼ੀ ਥਰੂਰ ਬਾਰੇ ਵੀ ਪਤਾ ਲੱਗਿਆ ਕਿ ਉਹ ਖੜਗੇ ਦੇ ਸਮਰਥਨ ਦੇ ਵਿੱਚ ਆਪਣੀ ਨਾਮਜ਼ਦਗੀ ਵਾਪਸ ਵੀ ਲੈ ਸਕਦੇ ਨੇ। ਥਰੂਰ ਨੇ ਕਿਹਾ ਕਿ ਉਹਨਾਂ ਨੂੰ ਸਿਰਫ 23 ਲੀਡਰਾਂ ਦੀ ਨਹੀਂ ਬਲਕਿ ਪਾਰਟੀ ਦੇ 9100 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੈ। ਥਰੂਰ ਨੇ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸੇ ਦੌਰਾਨ ਹਰਿਆਣਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਕੁਮਾਰੀ ਸ਼ੈਲਜਾ ਨੇ ਥਰੂਰ ਨੂੰ ਖੜਗੇ ਦੇ ਸਮਰਥਨ ਵਿੱਚ ਆਪਣੀ ਨਾਮਜ਼ਦਗੀ ਵਾਪਸ ਲੈਣ ਦੀ ਅਪੀਲ ਵੀ ਕੀਤੀ। ਝਾਰਖੰਡ ਦੇ ਸਾਬਕਾ ਮੰਤਰੀ KN ਤ੍ਰਿਪੈਠੀ ਨੇ ਕਾਂਗਰਸ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਵੀ ਦਾਖਲ ਕੀਤੀ। G23 ਦੇ ਲੀਡਰ ਮਨੀਸ਼ ਤਿਵਾੜੀ ਨੇ ਵੀ ਸੰਕੇਤ ਦਿੱਤਾ ਕਿ ਇਸ ਸੰਬੰਧੀ ਆਮ ਸਹਿਮਤੀ ਬਣ ਸਕਦੀ ਹੈ ਕਿ ਸੋਨੀਆ ਗਾਂਧੀ ਤੋਂ ਬਾਅਦ ਪਾਰਟੀ ਦੇ ਸਿਖਰਲੇ ਅਹੁਦੇ ਤੇ ਕੌਣ ਕਾਬਿਜ਼ ਹੋਵੇਗਾ। ਤਿਵਾੜੀ ਨੇ ਕਿਹਾ ਕਿ ਖੜਗੇ ਪਾਰਟੀ ਦੇ ਵਿੱਚ ਸਭ ਤੋਂ ਤਜਰਬੇਕਾਰ ਲੀਡਰਾਂ ਦੇ ਵਿੱਚੋਂ ਇੱਕ ਨੇ। ਸੋ ਜਿੱਥੇ ਕਾਂਗਰਸ ਦੇ ਕੌਮੀ ਪ੍ਰਧਾਨ ਦੇ ਲਈ 2 ਲੀਡਰਾਂ ਨੇ ਨਾਮਜ਼ਦਗੀ ਪਰਚੇ ਭਰੇ, ਉੱਥੇ ਹੀ ਰਾਜਸਥਾਨ ਤੋਂ ਕਾਂਗਰਸ ਦੇ ਲੀਡਰ ਸਚਿਨ ਪਾਇਲਟ ਦੇ ਸਮਰਥਕਾਂ ਨੇ ਦਿੱਲੀ ਦੇ ਵਿੱਚ ਕਾਂਗਰਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਕਿ ਜਾਂ ਤਾਂ ਸਚਿਨ ਪਾਇਲਟ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇ ਜਾਂ ਫਿਰ ਰਾਜਸਥਾਨ ਦਾ ਮੁੱਖ ਮੰਤਰੀ ਬਣਾਇਆ ਜਾਵੇ। ਇਸ ਲਈ ਪਾਇਲਟ ਦੇ ਸਮਰਥਕਾਂ ਨੇ ਇੱਥੇ ਨਾਅਰੇਬਾਜ਼ੀ ਕੀਤੀ। ਜਿਵੇਂ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ AICC ਦਫ਼ਤਰ ਪਹੁੰਚੇ, ਉਧਰੋਂ ਸਚਿਨ ਪਾਇਲਟ ਦੇ ਸਮਰਥਕ ਵੀ ਪਹੁੰਚ ਗਏ ਤੇ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ BJP ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ PFI ਤੇ ਬੈਨ RSS ਨੂੰ ਖੁਸ਼ ਕਰਨ ਵਾਸਤੇ ਲਾਇਆ ਗਿਆ ਹੈ। ਅਜਿਹਾ ਕਰਕੇ ਕਹਿੰਦੇ ਸਰਕਾਰ ਆਪਣਾ ਸਿਆਸੀ ਸਵਾਰਥ ਪੂਰਾ ਕਰ ਰਹੀ ਹੈ। ਮਾਇਆਵਤੀ ਨੇ RSS ਤੇ ਵੀ ਬੈਨ ਲਾਉਣ ਦੀ ਮੰਗ ਕੀਤੀ ਹੈ। ਟਵੀਟ ਕਰਕੇ ਮਾਇਆਵਤੀ ਨੇ ਕਿਹਾ ਕਿ RSS ਤੇ ਬੈਨ ਲਾਉਣ ਦੀ ਮੰਗ ਖੁੱਲ੍ਹੇਆਮ ਹੋ ਰਹੀ ਹੈ। ਜੇ PFI ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਲਈ ਖਤਰਾ ਹੈ ਤਾਂ ਉਸ ਵਰਗੀਆਂ ਹੋਰ ਸੰਸਥਾਵਾਂ ਤੇ ਬੈਨ ਕਿਉਂ ਨਹੀਂ ਲੱਗਣਾ ਚਾਹੀਦਾ। RSS ਵੀ ਬੈਨ ਹੋਣੀ ਚਾਹੀਦੀ ਹੈ ਕਿਉਂਕਿ RSS ਵੀ ਇੱਕ ਅਜਿਹੀ ਹੀ ਸੰਸਥਾ ਹੈ ਜਿਹੜੀ ਲੋਕਾਂ ਨੂੰ ਤੋੜਨ ਦਾ ਕੰਮ ਕਰਦੀ ਹੈ। ਜਨਰਲ ਅਨਿਲ ਚੌਹਾਨ ਨੇ ਭਾਰਤ ਦੇ ਦੂਸਰੇ ਚੀਫ ਆਫ ਡਿਫੈਂਸ ਸਟਾਫ ਦਾ ਅਹੁਦਾ ਸਾਂਭ ਲਿਆ ਹੈ। ਇਸ ਦੌਰਾਨ ਚੌਹਾਨ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਦੇ ਵਿੱਚ ਸਭ ਤੋਂ ਉੱਚੇ ਰੈਂਕ ਦੀ ਜ਼ਿੰਮੇਵਾਰੀ ਸਾਂਭਣ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਸੈਨਾ ਦੇ ਤਿੰਨੇ ਅੰਗਾਂ ਦੀਆਂ ਆਸਾਂ ਤੇ ਖਰਾ ਉਤਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਨਾਲ ਨਿਪਟਣ ਦੀ ਕੋਸ਼ਿਸ਼ ਕਰਾਂਗਾ। ਅਹੁਦਾ ਸਾਂਭਣ ਤੋਂ ਬਾਅਦ ਜਨਰਲ ਚੌਹਾਨ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਬੈਠਕ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਅਕਤੂਬਰ 2022 ਤੋਂ ਭਾਰਤ ਵਿੱਚ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ 5G ਸੇਵਾਵਾਂ ਦੀ ਸ਼ੁਰੂਆਤ ਕਰਨਗੇ, ਯਾਨੀ ਕਿ ਕੁਝ ਘੰਟਿਆਂ ਬਾਅਦ ਮੁਲਕ ਦੇ ਵਿੱਚ 5G ਇੰਟਰਨੈਟ ਦੀ ਸੇਵਾ ਉਪਲਬਧ ਹੋ ਜਾਏਗੀ। ਇਹ ਜਾਣਕਾਰੀ ਸਰਕਾਰ ਦੇ ਵੱਲੋਂ ਅਧਿਕਾਰਿਤ ਬਿਆਨ ਜਾਰੀ ਕਰਕੇ ਦਿੱਤੀ ਗਈ ਹੈ। ਬਿਆਨ ਦੇ ਮੁਤਾਬਿਕ ਪ੍ਰਧਾਨ ਮੰਤਰੀ 94 ਸ਼ਹਿਰਾਂ ਦੇ ਵਿੱਚ 5G ਸੇਵਾਵਾਂ ਦੀ ਸ਼ੁਰੂਆਤ ਕਰ ਦੇਣਗੇ। ਅਗਲੇ ਕੁਝ ਸਾਲਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ 5G ਇੰਟਰਨੈਟ ਦੀ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਏਗੀ। ਭਾਰਤ ਤੇ 5G ਦਾ ਕੁੱਲ ਆਰਥਿਕ ਪ੍ਰਭਾਵ 2035 ਤੱਕ 450 ਅਰਬ ਅਮਰੀਕੀ ਡਾਲਰ ਤੱਕ ਹੋਣ ਦਾ ਅਨੁਮਾਨ ਹੈ।
ਕਿਹਾ ਗਿਆ ਕਿ ਪ੍ਰਧਾਨ ਮੰਤਰੀ 5G ਸੇਵਾਵਾਂ ਦੇ ਨਾਲ-ਨਾਲ 14 ਅਕਤੂਬਰ 2022 ਤੱਕ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਹੋਣ ਵਾਲੇ ਇੰਡੀਆ ਮੋਬਾਈਲ ਕਾਂਗਰਸ 2022 ਦੇ 6ਵੇਂ ਆਡੀਸ਼ਨ ਦਾ ਉਦਘਾਟਨ ਵੀ ਕਰਨਗੇ। ਤੇ ਇਸ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਤੇ ਮੁੰਬਈ ਦੇ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਇਹ ਰੇਲ ਗੱਡੀ ਯਾਤਰੀਆਂ ਨੂੰ ਹਵਾਈ ਜਹਾਜ਼ ਦੇ ਵਿੱਚ ਯਾਤਰਾ ਵਰਗਾ ਤਜਰਬਾ ਮੁਹੱਈਆ ਕਰਵਾਏਗੀ ਤੇ ਰੇਲ ਗੱਡੀ ਵਿੱਚ ਸੁਰੱਖਿਆ ਦੇ ਆਧੁਨਿਕ ਇੰਤਜ਼ਾਮ ਕੀਤੇ ਗਏ ਨੇ ਤੇ ਭਾਰਤ ਦੇ ਵਿੱਚ ਆਪਣੀ ਤਰ੍ਹਾਂ ਦੀ ਇੱਕ ਪਹਿਲੀ ਐਕਸਪ੍ਰੈਸ ਹੋਏਗੀ ਜਿਸ ਦੇ ਵਿੱਚ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਯਾਤਰੀਆਂ ਨੂੰ ਮਿਲਣਗੀਆਂ। ਦਿੱਲੀ ਦੀ ਸਾਕੇਤ ਅਦਾਲਤ ਨੇ JNU ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ 2019 ਦੇ ਦੇਸ਼ਦਰੋਹ ਦੇ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਦੇ ਵਿੱਚ ਸ਼ਰਜੀਲ ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ ਜਿਸ ਕਾਰਨ ਜਾਮੀਆ ਨਗਰ ਦੇ ਵਿੱਚ ਹਿੰਸਾ ਹੋਈ ਦੱਸੀ ਗਈ। ਵਧੀਕ ਸੈਸ਼ਨ ਜੱਜ ਅਨੁਜ ਅਗਰਵਾਲ ਨੇ FIR ਨੰਬਰ 242/2019 ਦੇ ਵਿੱਚ ਸ਼ਰਜੀਲ ਇਮਾਮ ਨੂੰ ਜ਼ਮਾਨਤ ਦਿੱਤੀ ਹੈ। ਹਾਲਾਂਕਿ ਜ਼ਮਾਨਤ ਦੇ ਬਾਵਜੂਦ ਵੀ ਇਮਾਮ ਬਾਹਰ ਨਹੀਂ ਆ ਸਕਣਗੇ ਕਿਉਂਕਿ ਦਿੱਲੀ ਦੰਗਿਆਂ ਦੇ ਨਾਲ ਜੁੜੇ ਇੱਕ ਹੋਰ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਹੀ ਰਹਿਣਗੇ। ਦੁਨੀਆ ਦੇ ਖਾੜੀ ਮੁਲਕਾਂ ਦੇ ਵਿੱਚੋਂ ਇੱਕ ਕੁਵੈਤ ਤੋਂ ਖਬਰ ਹੈ ਜਿੱਥੇ ਔਰਤਾਂ ਨੇ ਇਤਿਹਾਸ ਰਚ ਦਿੱਤਾ ਹੈ। ਨੈਸ਼ਨਲ ਅਸੈਂਬਲੀ ਦੇ ਵਿੱਚ ਔਰਤਾਂ ਦੀ ਵਾਪਸੀ ਹੋਈ ਹੈ। ਜੇਲ੍ਹ ਤੋਂ ਹੀ 2 ਔਰਤ ਉਮੀਦਵਾਰਾਂ ਨੇ ਚੋਣ ਲੜੀ ਤੇ ਉਹ ਜਿੱਤ ਗਈਆਂ। ਕੁਵੈਤ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਵਿਰੋਧੀ ਧਿਰ ਨੂੰ ਜਿੱਤ ਮਿਲੀ ਹੈ। ਵੀਰਵਾਰ ਨੂੰ ਆਏ ਨਤੀਜਿਆਂ ਦੇ ਵਿੱਚ ਨੈਸ਼ਨਲ ਅਸੈਂਬਲੀ ਦੇ ਵਿੱਚ 2 ਔਰਤਾਂ ਚੁਣੀਆਂ ਗਈਆਂ ਨੇ ਤੇ ਖਾੜੀ ਦੇ ਵਿੱਚ ਕੁਵੈਤ ਇੱਕ ਅਜਿਹਾ ਮੁਲਕ ਹੈ ਜਿਸ ਦੀ ਪੂਰੀ ਤਰ੍ਹਾਂ ਦੇ ਨਾਲ ਚੁਣੀ ਹੋਈ ਸੰਸਦ ਹੈ। ਹਾਲਾਂਕਿ ਪਿਛਲੇ 10 ਸਾਲਾਂ ਦੇ ਵਿੱਚ ਇੱਥੇ 6 ਵਾਰੀ ਵੋਟਾਂ ਪੈ ਚੁੱਕੀਆਂ ਨੇ। AFP ਦੀ ਰਿਪੋਰਟ ਦੇ ਮੁਤਾਬਿਕ 50 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ ਦੇ ਵਿੱਚ 28 ਸੀਟਾਂ ਵਿਰੋਧੀ ਉਮੀਦਵਾਰਾਂ ਨੇ ਜਿੱਤ ਲਈਆਂ ਨੇ। 20 ਸਾਬਕਾ ਸੰਸਦ ਚੋਣਾਂ ਹਾਰ ਗਏ ਨੇ ਜਿਨ੍ਹਾਂ ਵਿੱਚ 3 ਸਾਬਕਾ ਮੰਤਰੀ ਵੀ ਸ਼ਾਮਿਲ ਨੇ। ਇਰਾਕ, ਸਾਊਦੀ ਅਰਬ ਅਤੇ ਈਰਾਨ ਦੇ ਨਾਲ ਸਰਹੱਦਾਂ ਸਾਂਝੀਆਂ ਕਰਨ ਵਾਲਾ ਕੁਵੈਤ ਦੁਨੀਆ ਦੇ ਵੱਡੇ ਤੇਲ ਨਿਰਯਾਤਕਾਂ ਦੇ ਵਿੱਚੋਂ ਇੱਕ ਹੈ। ਇੱਥੇ ਤੇਲ ਦੇ ਵੱਡੇ ਭੰਡਾਰ ਨੇ ਤੇ ਇਸ ਦੀ ਇਕਨੋਮੀ ਨੂੰ ਮਜ਼ਬੂਤ ਬਣਾਉਂਦੇ ਨੇ। ਕੁਵੈਤ ਦੀ ਸੰਸਦ ਦੇ ਵਿੱਚ ਕਦੇ ਵੀ ਔਰਤਾਂ ਦੀ ਹਿੱਸੇਦਾਰੀ 4 MPs ਤੋਂ ਵੱਧ ਨਹੀਂ ਰਹੀ ਹੈ। ਕੁਵੈਤ ਦੇ ਸੰਸਦੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ 2 ਉਮੀਦਵਾਰਾਂ ਜੇਲ੍ਹ ਤੋਂ ਚੋਣਾਂ ਜਿੱਤ ਕੇ ਨੈਸ਼ਨਲ ਅਸੈਂਬਲੀ ਦੇ ਵਿੱਚ ਪਹੁੰਚੀਆਂ ਨੇ। ਇਹ ਜਾਣਨਾ ਹੋਰ ਵੀ ਦਿਲਚਸਪ ਹੋਏਗਾ ਕਿ ਹੁਣ ਜੇਲ੍ਹ ਤੋਂ ਜਦੋਂ MP ਜਿੱਤ ਗਈਆਂ ਨੇ ਤਾਂ ਕੀ ਉਹਨਾਂ ਦੀ ਰਿਹਾਈ ਹੋ ਜਾਏਗੀ, ਕੀ ਉਹਨਾਂ ਨੂੰ ਜ਼ਮਾਨਤ ਮਿਲੇਗੀ। ਆਉਂਦੇ ਦਿਨਾਂ ਦੇ ਵਿੱਚ ਇਸ ਦੀ ਪੜਤਾਲ ਕਰਾਂਗੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਰਕਾਰ ਉਸ ਸਮਝੌਤੇ ਤੇ ਹਸਤਾਖਰ ਕਰ ਦਿੱਤੇ ਨੇ ਜਿਸ ਰਾਹੀਂ ਯੂਕਰੇਨ ਦੇ 4 ਹੋਰ ਇਲਾਕਿਆਂ ਨੂੰ ਰੂਸ ਦੇ ਵਿੱਚ ਮਿਲਾ ਲਿਆ ਜਾਏਗਾ। ਰਸਮੀ ਤੌਰ ਤੇ ਹਸਤਾਖਰ ਸਮਾਰੋਹ ਕਰਵਾਇਆ ਗਿਆ। ਇਹ ਫੈਸਲਾ ਇਹਨਾਂ 4 ਇਲਾਕਿਆਂ ਦੇ ਵਿੱਚ ਰੂਸ ਦੇ ਆਪਣੀ ਕਿਸਮ ਦੇ ਪਹਿਲੇ ਜਨਮਤ ਸੰਗ੍ਰਹਿ ਦੇ ਨਤੀਜਿਆਂ ਤੋਂ ਬਾਅਦ ਲਿਆ ਗਿਆ ਹੈ। ਯੂਕਰੇਨ ਦੇ ਇਹ ਇਲਾਕੇ ਨੇ ਲੁਹਾਂਸਕ, ਡੋਨੇਟਸਕ ਅਤੇ ਦੱਖਣ ਦੇ ਵਿੱਚ ਜ਼ਪੋਰੀਜ਼ੀਆ, ਖੇਰਸਨ ਇਹਨਾਂ ਦੇ ਵਿੱਚ ਚੋਣਾਂ ਹੋਈਆਂ ਸਨ। ਰੈਫਰੈਂਡਮ ਦੇ ਵਾਂਗੂ ਚੋਣਾਂ ਹੋਈਆਂ ਸਨ ਤੇ ਚੋਣਾਂ ਦੇ ਵਿੱਚ ਇਹਨਾਂ ਲੋਕਾਂ ਨੇ ਖੁਦ ਵੋਟਾਂ ਪਾ ਕੇ ਕਿਹਾ ਕਿ ਅਸੀਂ ਰੂਸ ਦੇ ਅਧੀਨ ਹੋਣਾ ਚਾਹੁੰਦੇ ਹਾਂ। 5 ਦਿਨਾਂ ਦੇ ਲਈ ਜਨਮਤ ਸੰਗ੍ਰਹਿ ਚੱਲਿਆ ਜਿਸ ਦੇ ਵਿੱਚ ਲੋਕਾਂ ਦਾ ਭਾਰੀ ਸਮਰਥਨ ਹਾਸਲ ਹੋਇਆ ਹੈ। ਹਾਲਾਂਕਿ ਯੂਕਰੇਨ ਸਮੇਤ ਪੱਛਮ ਦੇ ਦੇਸ਼ ਇਸ ਜਨਮਤ ਸੰਗ੍ਰਹਿ ਨੂੰ ਸ਼ਰਮਨਾਕ ਕਰਾਰ ਦੇ ਰਹੇ ਨੇ। ਇਸ ਨੂੰ ਯੂਕਰੇਨ ਦੀ ਜ਼ਮੀਨ ਹਥਿਆਉਣ ਦਾ ਬਹਾਨਾ ਦੱਸ ਰਹੇ ਨੇ ਪਰ ਇਹ ਹੋ ਚੁੱਕਿਆ ਹੈ। ਬਰਤਾਨੀਆ ਤੋਂ ਖਬਰ ਹੈ ਜਿੱਥੇ ਰਾਇਲ ਮਿੰਟ ਨੇ ਰਾਜਾ ਚਾਰਲਸ 3 ਦੀ ਤਸਵੀਰ ਵਾਲੇ ਸਿੱਕੇ ਜਾਰੀ ਕੀਤੇ ਨੇ। ਨਵੇਂ ਸਿੱਕੇ ਜਾਰੀ ਕੀਤੇ ਨੇ ਜਿਹੜੇ ਬਰਤਾਨੀਆ ਦੇ ਵਿੱਚ ਲੋਕਾਂ ਨੂੰ ਦਸੰਬਰ ਮਹੀਨੇ ਤੱਕ ਮਿਲਣੇ ਸ਼ੁਰੂ ਹੋ ਜਾਣਗੇ। ਇਹਨਾਂ ਤੇ ਚਾਰਲਸ ਦੀ ਤਸਵੀਰ ਉਕੇਰੀ ਗਈ ਹੈ। 50 ਪੈਂਸ ਦੇ ਇਹ ਸਿੱਕੇ ਹੌਲੀ-ਹੌਲੀ ਬਾਜ਼ਾਰ ਦੇ ਵਿੱਚ ਉਤਰਨਗੇ। ਬਰਤਾਨੀਆ ਦੇ ਸਿੱਕੇ ਬਣਾਉਣ ਵਾਲੀ ਕੰਪਨੀ ਰਾਇਲ ਮਿੰਟ ਨੇ ਦੱਸਿਆ ਕਿ ਨਵੇਂ ਰਾਜੇ ਦੀ ਸਿੱਕੇ ਤੇ ਬਣੀ ਤਸਵੀਰ ਨੂੰ ਬਰਤਾਨਵੀ ਮੂਰਤੀਕਾਰ ਮਾਰਟਿਨ ਜੈਨਿੰਗਸ ਨੇ ਬਣਾਇਆ ਹੈ ਤੇ ਚਾਰਲਸ ਨੇ ਖੁਦ ਇਸ ਨੂੰ ਮਨਜ਼ੂਰੀ ਦਿੱਤੀ ਹੈ। ਰਵਾਇਤ ਮੁਤਾਬਿਕ ਸਿੱਕੇ ਤੇ ਰਾਜੇ ਦੀ ਤਸਵੀਰ ਦਾ ਮੂੰਹ ਉਹਨਾਂ ਦੀ ਮਾਂ ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ ਦੇ ਉਲਟ ਦਿਸ਼ਾ ਦੇ ਵਿੱਚ ਮਤਲਬ ਕਿ ਖੱਬੇ ਪਾਸੇ ਵੱਲ ਹੈ। ਦੋਵੇਂ ਸਿੱਕੇ ਨਾਲ ਰੱਖਣ ਤੇ ਦੋਹਾਂ ਦੇ ਮੂੰਹ ਇੱਕ ਦੂਸਰੇ ਦੇ ਸਾਹਮਣੇ ਨਜ਼ਰ ਆਉਣਗੇ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ। ਧੰਨਵਾਦ।